ग्रंथ साहिब जी महाराज। ऐसे दीन दयाल सतगुरु पातशाह महाराज जी दी अपरे अपार किरपा रहमत बख्शिश दा सदका श्री दशमेश पिता जी श्री कलगीधर जी पंथ वाली अमृत दे दाते सतगुरु साहिब कमाल बादशाह दरवेश धन 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 सतगुरु श्री गुरु गोबिंद सिंह साहिब जी महाराज जी दे महान पावन पवित्र इतिहासक मुकद्दस पाक अस्थान तख्त श्री केसगढ़ साहिब जी विखे हाजरियां भरदियां यात्रा करदियां ਸਾਹਿਬਾਂ ਜੀ ਦੀ ਮਹਾਨ ਗੁਰਸੰਗਤ ਪੰਗਤ ਦਾ ਲਾਹਾ ਲੈ ਰਹੇ ਗੁਰੂ ਸਵਾਰੇ ਗੁਰੂ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਗੁਰੂ ਸੰਗਤ ਜੀਓ ਵੱਡਿਆਂ ਭਾਗਾਂ ਸਦਕਾ ਗੁਰੂ ਬਖਸ਼ੇ ਉਦਮੋਂ ਉਪਰਾਲੇ ਦੁਆਰਾ ਆਪ ਜੀ ਨੇ ਸਾਹਿਬਾਂ ਜੀ ਦੇ ਮਹਾਨ ਅਸਥਾਨ 'ਤੇ ਪਹੁੰਚ ਕੇ ਸਤਿਗੁਰੂ ਪਾਤਸ਼ਾਹ ਨੂੰ ਨਮਸਕਾਰ ਕਰਦਿਆਂ ਮੱਥਾ ਟੇਕਦਿਆਂ ਸਾਹਿਬਾਂ ਦੇ ਦਰਸ਼ਨ ਪਰਸਨ ਕਰਕੇ ਗੁਰਸੰਗਤ ਦੀਆਂ ਘੜੀਆਂ ਪ੍ਰਾਪਤ ਕਰਦਿਆਂ ਸਮੇਂ ਸਵਾਸਾਂ ਨੂੰ ਸਫਲ ਕੀਤਾ ਹੈ। ਸਾਹਿਬਾਂ ਜੀ ਦੇ ਮਹਾਨ ਪਾਵਨ ਅਸਥਾਨ 'ਤੇ ਲੜੀਵਾਰ ਸਤਿਗੁਰੂ ਦੇ ਜੀਵਨ ਬਿਰਤਾਂਤ ਗੁਰ ਇਤਿਹਾਸ ਦੀ ਵਿਚਾਰ ਚੱਲ ਰਹੀ ਹੈ। ਪੰਚਮ ਪਾਤਸ਼ਾਹ ਗੁਰਦੇਵ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਦੇ ਬੋਹਿਥ ਪਰਉਪਕਾਰੀ ਸਤਿਗੁਰੂ ਜੀ ਧੰਨ 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 ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਸਾਹਿਬ ਸੱਚੇ ਮਹਾਰਾਜ ਜੀ ਜੋ ਲਾਹੌਰ ਸ਼ਹਿਰ ਰਾਵੀ ਦਰਿਆ ਦੇ ਕੰਢੇ 'ਤੇ ਪਾਵਨ ਸਰੀਰ ਦਾ ਤਿਆਗ ਕਰਕੇ ਜਿਉਂ ਜਲ ਮਹਿ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾਂ ਦੇ ਮਹਾਂਵਾਕਾਂ ਅਨੁਸਾਰ ਸੱਚਖੰਡ ਗਮਨ ਕਰ ਗਏ। ਪੰਜ ਗੁਰਸਿੱਖ ਜੋ ਸਾਹਿਬਾਂ ਦੇ ਨਾਲ ਸਨ ਉਹਨਾਂ ਲਾਹੌਰ ਨਿਵਾਸੀ ਸਿੱਖ ਸੰਗਤਾਂ ਦੇ ਨਾਲ ਰਲ ਮਿਲ ਕਰਕੇ ਸਾਹਿਬਾਂ ਦੇ ਪਾਵਨ ਸਰੀਰ ਦਾ ਅੰਤਮ ਸੰਸਕਾਰ ਗੁਰਦੁਆਰਾ ਡੇਰਾ ਸਾਹਿਬ ਵਾਲੇ ਪਾਵਨ ਸਥਾਨ 'ਤੇ ਕੀਤਾ। ਉਹ ਪੰਜੇ ਹੀ ਗੁਰਸਿੱਖ ਰਾਤ ਧਰਮਸ਼ਾਲਾ ਵਿੱਚ ਰਹਿ ਕੇ ਲਾਹੌਰ ਸ਼ਹਿਰ ਤੋਂ ਅਗਲੇ ਦਿਨ ਅੰਮ੍ਰਿਤਸਰ ਨੂੰ ਚੱਲੇ। ਰਸਤੇ ਵਿੱਚ ਤੁਰੇ ਆਉਂਦਿਆਂ ਕਈ ਤਰ੍ਹਾਂ ਦੀਆਂ ਸੋਚਾਂ ਵਿਚਾਰਾਂ ਸੰਕਲਪਾਂ ਦੇ ਵਹਿਣ ਵਿੱਚ ਵਹਿੰਦੇ ਹੋਏ ਕਈ ਤਰ੍ਹਾਂ ਦੇ ਉਤਰਾਅ ਚੜ੍ਹਾਅ ਮਨ ਵਿੱਚ ਖਿਆਲ ਪੈਦਾ ਹੁੰਦੇ ਨੇ ਕਿ ਸਤਿਗੁਰੂ ਪਾਤਸ਼ਾਹ ਦੇ ਸਾਹਿਬਜ਼ਾਦਾ ਸਤਿਗੁਰੂ ਪਾਤਸ਼ਾਹ ਦੇ ਧਰਮ ਸੁਪਤਨੀ ਮਾਤਾ ਗੰਗਾ ਜੀ ਨੂੰ ਕੀ ਜਾ ਕਰਕੇ ਦੱਸਾਂਗੇ, ਸਾਹਿਬਾਂ ਦੇ ਬਾਰੇ ਪੁੱਛਣ 'ਤੇ ਅਸੀਂ ਕੀ ਉੱਤਰ ਦੇਵਾਂਗੇ ਕਿ ਸਤਿਗੁਰੂ ਪਾਤਸ਼ਾਹ ਨੂੰ ਕਿੱਥੇ ਛੱਡ ਆਏ ਹੋ। ਪਿਆਰ ਰੰਗਾਂ ਦੇ ਵਿੱਚ ਸਨੇਹ ਅਤੇ ਮੁਹੱਬਤ ਦੀਆਂ ਕਾਂਗਾਂ ਦੇ ਵਿੱਚ ਰੁੜ੍ਹਦੇ ਹੋਏ ਗੁਰੂ ਕੇ ਇਹ ਸਿੱਖ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਆ ਪਹੁੰਚੇ ਹਨ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਅੱਗੇ ਸਿੱਖ ਸੰਗਤਾਂ ਵਿੱਚ ਸੱਜ ਰਹੇ ਸਨ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਭਾਈ ਸਾਹਿਬ ਭਾਈ ਗੁਰਦਾਸ ਜੀ, ਹੋਰ ਅਨੇਕਾਂ ਗੁਰਸਿੱਖ ਗੁਰੂ ਤੋਂ ਸਵਾਰੇ ਸਾਜੇ ਨਵਾਜੇ ਸਾਹਿਬਾਂ ਜੀ ਦੇ ਪਾਸ ਬੈਠੇ ਨੇ। ਇੰਨੇ ਸਮੇਂ ਤੱਕ ਪੰਜੇ ਗੁਰਸਿੱਖ ਆ ਕੇ ਪਹੁੰਚੇ। ਜੋ ਗੁਰੂ ਪਰਿਵਾਰ ਅਤੇ ਸਿੱਖ ਸੋਚ ਰਹੇ ਸੀ ਕਿ ਗੁਰੂ ਸਾਹਿਬ ਜੀ ਨੂੰ ਕਾਫੀ ਦਿਨ ਹੋਏ ਹਨ ਲਾਹੌਰ ਗਿਆ ਨੂੰ। ਬਾਦਸ਼ਾਹ ਤੋਂ ਸੁਣਿਆ ਕਿ ਉੱਥੋਂ ਚਲਿਆ ਗਿਆ, ਪਰ ਗੁਰੂ ਸਾਹਿਬ ਅਜੇ ਵਾਪਸ ਨਹੀਂ ਆਏ। ਕੀ ਕਾਰਨ ਹੋ ਸਕਦਾ, ਕਿੱਥੇ ਅਟਕੇ, ਕਿੱਥੇ ਰੁਕੇ ਹਨ। ਉਹ ਪੰਜੇ ਸਿੱਖ ਉਸੇ ਸਮੇਂ ਜਾ ਪਹੁੰਚੇ ਜਿਨ੍ਹਾਂ ਦੇ ਚਿਹਰੇ ਕੁਮਲਾਏ ਹੋਏ ਉਦਾਸ ਹਨ। ਮਨ ਵਿੱਚ ਬੜਾ ਭਾਰੀ ਗਮ ਅਤੇ ਦੁੱਖ ਹੈ। ਸਤਿਗੁਰੂ ਪਾਤਸ਼ਾਹ ਦਾ ਵਿਛੋੜਾ ਜਿਨ੍ਹਾਂ ਵਾਸਤੇ ਅਸਹਿ ਹੈ। ਬਾਣੀ ਦੇ ਬਚਨ ਹਨ, ਇਹੋ ਵਿਛੋੜਾ
ਸਹਿਆ ਨਾ ਜਾਏ। ਜੋ ਝੱਲਿਆ ਨਹੀਂ ਜਾ ਸਕਦਾ, ਬਰਦਾਸ਼ਤ ਨਹੀਂ ਕੀਤਾ ਜਾ ਸਕਦਾ, ਐਸਾ ਵਿਛੋੜਾ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਦਾ ਗੁਰੂ ਕੇ ਸਿੱਖਾਂ ਵਾਸਤੇ ਝੱਲਣਾ, ਸਹਿਣ ਕਰਨਾ, ਬਰਦਾਸ਼ਤ ਕਰਨਾ ਬੜਾ ਅਸਹਿ ਹੈ। ਜਦੋਂ ਸਿੱਖਾਂ ਦੇ ਚਿਹਰੇ ਕੁਮਲਾਏ ਤੇ ਉਦਾਸ ਅੰਮ੍ਰਿਤਸਰ ਸਾਹਿਬ ਵਾਲੇ ਸਿੱਖਾਂ ਨੇ ਵੇਖੇ, ਉਹ ਅੰਦਾਜ਼ੇ ਲਾਉਣ ਲੱਗ ਪਏ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਾਰੇ ਕੋਈ ਖੈਰ ਸੁੱਖ ਨਹੀਂ ਹੈ, ਕੋਈ ਚੰਗੀ ਖਬਰ ਨਹੀਂ ਹੈ। ਜੋ ਸਿੱਖਾਂ ਦੇ ਚਿਹਰੇ ਦੱਸਦੇ ਹਨ, ਉਦਾਸ ਮਨ ਚਿਹਰੇ ਉਹਨਾਂ ਦੇ ਨਜ਼ਰ ਪੈ ਰਹੇ ਹਨ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਿੱਖਾਂ ਨੂੰ ਪੁੱਛਿਆ। ਭਾਈ ਪ੍ਰਾਣਾ ਜੀ ਦੱਸਣ ਲੱਗੇ, ਚੀਖ ਨਿਕਲ ਗਈ, ਗਲਾ ਰੁਕ ਗਿਆ, ਬੇਬਲ ਹੋ ਗਏ, ਦੱਸ ਨਾ ਸਕੇ। ਭਾਈ ਸਾਹਿਬ ਭਾਈ ਬਹਾਦਰ ਬਾਬਾ ਬਿਧੀ ਚੰਦ ਜੀ ਨੇ ਹੌਸਲਾ ਕਰਕੇ ਧੀਰਜ ਦੇ ਨਾਲ ਉਹ ਸਾਰੀ ਵਿਥਿਆ ਸੁਣਾਉਣੀ ਪ੍ਰਾਰੰਭ ਕੀਤੀ ਕਿ ਕਿਵੇਂ ਬਾਦਸ਼ਾਹ ਨਾਲ ਮੇਲ ਮਿਲਾਪ ਤੋਂ ਬਾਅਦ ਦੁਸ਼ਟ ਚੰਦੂ ਗੁਰੂ ਪਾਤਸ਼ਾਹ ਨੂੰ ਆਪਣੀ ਹਵੇਲੀ ਵਿੱਚ ਲੈ ਗਿਆ ਔਰ ਉੱਥੇ ਜਾ ਕਰਕੇ ਕਿੰਨੇ ਭਾਰੀ ਤਸੀਹੇ ਕਸ਼ਟ ਪੰਚਮ ਗੁਰਦੇਵ ਨੂੰ ਦਿੱਤੇ। ਅਸੀਂ ਚਾਹੁੰਦੇ ਸਾਂ ਕਿ ਗੁਰੂ ਸਾਹਿਬ ਦੀ ਸੇਵਾ ਕਰ ਸਕੀਏ, ਪਰ ਸਾਹਿਬਾਂ ਨੇ ਸਾਨੂੰ ਮਨ੍ਹਾ ਕਰ ਦਿੱਤਾ। ਗੁਰੂ ਸਾਹਿਬ ਨੇ ਸਿੱਖਾਂ ਵਿੱਚ ਸੱਤਿਆ ਭਰੀ ਹੈ ਕਿ ਇੱਕ ਬਚਨ ਦੇ ਨਾਲ ਹੀ ਕੁਛ ਤੋਂ ਕੁਛ ਕਰ ਸਕਦੇ ਨੇ। ਅਸੀਂ ਮਾਰ ਖਾ ਕੇ ਬੈਠੇ ਰਹੇ, ਗੁਰੂ ਪਾਤਸ਼ਾਹ ਦਾ ਹੁਕਮ ਪੁਗਾਉਣ ਵਾਸਤੇ ਮੰਨਣ ਦੇ ਲਈ। ਗੁਰੂ ਸਾਹਿਬ ਜੀ ਦੇ ਸਰੀਰ 'ਤੇ ਅਕਹਿ ਤੇ ਅਸਹਿ ਕਸ਼ਟਾਂ ਨੂੰ ਤੱਕਦੇ ਹੋਏ ਬੜੇ ਦੁਖੀ ਹੁੰਦੇ ਰਹੇ, ਪਰ ਕਰ ਕੁਛ ਨਾ ਸਕੇ। ਅਖੀਰ ਸਾਹਿਬਾਂ ਨੇ ਇਸ਼ਨਾਨ ਕਰਨ ਦੀ ਇੱਛਾ ਪ੍ਰਗਟ ਕਰਦਿਆਂ ਰਾਵੀ ਦਰਿਆ ਦੇ ਕੰਢੇ 'ਤੇ ਜਾ ਕਰਕੇ ਆਪਣਾ ਪਾਵਨ ਸਰੀਰ ਤਿਆਗ ਦਿੱਤਾ। ਲਾਹੌਰ ਸ਼ਹਿਰ ਦੀਆਂ ਸਾਰੀਆਂ ਸੰਗਤਾਂ ਮਿਲੀਆਂ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਸਰੀਰ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ ਹੈ। ਸਾਡੀਆਂ ਅੱਖਾਂ ਦੇ ਸਾਹਮਣੇ ਇਹ ਸਾਰਾ ਕੌਤਕ ਭਾਣਾ ਵਰਤਿਆ। ਅਸੀਂ ਨਾਮ ਤਾਂ ਸਿੱਖ ਧਰਾਇਆ ਹੈ, ਪਰ ਸਿੱਖਾਂ ਵਾਲਾ ਜੋ ਕਰਮ ਹੁੰਦਾ ਉਹ ਸਾਡੇ ਕੋਲੋਂ ਨਹੀਂ ਹੋ ਸਕਿਆ। ਆਪਣੀ ਅੱਖਾਂ ਦੇ ਨਾਲ ਵੇਖਿਆ, ਚੰਗਾ ਹੁੰਦਾ ਮਰਨੇ ਆਗੇ ਮਹਿਦ ਕੋ ਭਾਗੇ, ਰਿਦਾ ਨਾ ਬਿਦਰਿਓ ਦੁੱਖ ਨਾ ਲਾਗੇ। ਕਿ ਗੁਰੂ ਸਾਹਿਬ ਤੋਂ ਪਹਿਲਾਂ ਹੀ ਮਰ ਜਾਂਦੇ, ਪਰ ਸਾਡੇ ਖੋਟੇ ਭਾਗ ਸਨ। ਮਾੜੇ ਭਾਗਾਂ ਵਾਲਿਆਂ ਦਾ ਗੁਰੂ ਸਾਹਿਬ ਤੋਂ ਪਹਿਲਾਂ ਸਰੀਰ ਨਹੀਂ ਛੁੱਟਿਆ, ਨਹੀਂ ਮਰਨਾ ਹੋਇਆ, ਤੇ ਨਾ ਹੀ ਸਾਡਾ ਕਾਲਜਾ ਫਟਿਆ। ਇਹੋ ਜਿਹੀ ਦਸ਼ਾ ਤੇ ਹਾਲਤ ਸਾਹਿਬਾਂ ਦੇ ਪਾਵਨ ਸਰੀਰ ਦੀ ਤੱਕ ਕੇ ਅਸੀਂ ਇਹ ਬਰਦਾਸ਼ਤ ਕਰ ਗਏ। ਜਦੋਂ ਇਹ ਦੁਖਦ ਸਮਾਚਾਰ ਗੁਰੂ ਕੇ ਸਿੱਖਾਂ ਨੇ, ਅੰਮ੍ਰਿਤਸਰ ਨਿਵਾਸੀਆਂ ਨੇ ਸੁਣਿਆ, ਸਿੱਖ ਸੰਗਤਾਂ ਬੇਬਲ ਹੋ ਗਈਆਂ, ਵਿਰਾਗ ਵਿੱਚ ਚਲੀਆਂ ਗਈਆਂ। ਆਪਣੇ ਪਿਆਰੇ ਸਤਿਗੁਰੂ ਦੇ ਪਾਸੋਂ ਬੜੇ ਮਿੱਠੇ ਤੇ ਪਿਆਰੇ ਬਚਨ ਸੁਣ ਕੇ ਮਨ ਨੂੰ ਸ਼ਾਂਤੀ ਤੇ ਟਿਕਾਅ ਪ੍ਰਾਪਤ ਹੁੰਦਾ ਸੀ। ਐਸੇ ਸਤਿਗੁਰੂ ਦੇ ਮੁਖ ਤੋਂ ਹੁਣ ਅਸੀਂ ਬਚਨ ਕਿਵੇਂ ਸੁਣਾਂਗੇ? ਇਹ ਕਈ ਤਰ੍ਹਾਂ ਦੀਆਂ ਸੋਚਾਂ ਵਿਚਾਰਾਂ ਉਸ ਸਮੇਂ ਮਨ 'ਚ ਫੁਰਦੀਆਂ ਹਨ, ਕਿਉਂਕਿ ਮਨੁੱਖੀ ਮਨ ਦਾ ਸੁਭਾਅ ਹੈ ਉਤਰਾ ਚੜ੍ਹਾਅ ਪੈਦਾ ਕਰਨੇ, ਉਤਰਾਵਾਂ ਚੜ੍ਹਾਵਾਂ ਦੇ ਵਹਿਣ ਦੇ ਵਿੱਚੋਂ ਲੰਘਣਾ, ਉਤਰਾਵਾਂ ਤੇ ਚੜ੍ਹਾਵਾਂ ਦੇ ਵੇਗ ਦੇ ਵਿੱਚੋਂ ਗੁਜ਼ਰਨਾ। ਸੋ ਜਿਵੇਂ ਸਾਰੀ ਵਿਥਿਆ ਗੁਰੂ ਪਰਿਵਾਰ ਤੇ ਗੁਰੂ ਕੀਆਂ ਸਿੱਖ ਸੰਗਤਾਂ ਨੇ ਸੁਣੀ, ਸੁਣਨ ਵਾਲਿਆਂ ਦੀ ਹਾਲਤ ਅਸਤ ਵਿਅਸਤ ਹੁੰਦਿਆਂ ਬੜੀ ਬੇਬਲ ਜੀ ਹੋ ਗਈ। ਭਾਈ ਸਾਹਿਬ ਜੀ ਜਿਵੇਂ ਸੁਣਾ ਰਹੇ ਨੇ, ਸਰਵਨ ਕਰੀਏ। ਵਾਹਿਗੁਰੂ ਸਾਹਿਬ ਜੀ ਸਗਰੀ ਸੰਗਤ ਕੇਰ ਅਲੰਬ, ਕਰੇ ਪ੍ਰਤੀਖਨ ਦਾਸ ਕਦੰਬ। ਸੋ ਭਾਈ ਸਾਹਿਬ ਜੀ ਸੁਣਾ ਰਹੇ ਨੇ, ਹਰ ਗੋਬਿੰਦ ਸੁਣ ਦੁਖਦ ਬਹਾਨਾ। ਇਹ ਦੁਖਦ ਦੁਖਦਾਈ ਸਮਾਚਾਰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਸੁਣਿਆ। ਇਹ ਸਿੱਖਾਂ ਦੀ ਬਾਣੀ ਭਾਈ ਬਿਧੀ ਚੰਦ ਦੇ ਬੋਲ ਇਹੋ ਜਿਹੇ ਸਨ, ਬਾਣੀ ਬਾਣ ਲੱਗੀ ਜਨ ਕੰਨ। ਉਹਨਾਂ ਦੀ ਬਾਣੀ ਬਾਣ
ਤੀਰਾਂ ਦੀ ਤਰ੍ਹਾਂ ਜਾਨ ਸਮਝੋ ਲੱਗੀ ਕੰਨਾਂ ਵਿੱਚ ਆ ਕੇ ਲੱਗੀ। ਇਉਂ ਸਮਝੋ ਕਿ ਜੋ ਭਾਈ ਵਿਧੀ ਚੰਦ ਬਚਨ ਕਹਿ ਰਿਹਾ ਸੀ ਉਹ ਆਮ ਬਚਨ ਨਹੀਂ ਸਨ, ਉਹ ਇੱਕ ਪ੍ਰਕਾਰ ਦੇ ਤੀਰਾਂ ਦੇ ਨਿਆਈ ਸਨ, ਜਿਹੜੇ ਆ ਕਰਕੇ ਜਦੋਂ ਲੱਗੇ ਵੇਦਿਓ ਰਿਦਾ ਪੁਕਾਰਤੀ ਉੱਚੇ, ਹਿਰਦਾ ਵਿੰਨਿਆ ਗਿਆ ਤੇ ਸਿੱਖ ਉੱਚੀ ਪੁਕਾਰ ਕਰਨ ਲੱਗੇ, ਮਹਾਰਾਜ ਸਾਨੂੰ ਇਕੱਲਿਆਂ ਨੂੰ ਛੱਡ ਕੇ ਆਪ ਪਰਲੋਕ ਗਮਨ ਕਰ ਗਏ ਹੋ। ਸਗਰੀ ਸੰਗਤ ਕੇਰ ਅਲੰਬ, ਅਲੰਬ ਹੁੰਦਾ ਆਸਰਾ ਸਹਾਰਾ। ਹੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਤੁਸੀਂ ਸਾਰੀ ਸੰਗਤ ਦਾ ਸਹਾਰਾ ਹੋ, ਆਸਰਾ ਹੋ, ਤੇ ਤੁਸੀਂ ਸਾਰੀ ਸੰਗਤ ਨੂੰ ਛੱਡ ਕੇ ਮਹਾਰਾਜ ਸੱਚਖੰਡ ਗਮਨ ਕਰ ਗਏ ਹੋ। ਕਰਹਿ ਪ੍ਰਤੀਖਨ ਦਾਸ ਕਦੰਬ, ਮਹਾਰਾਜ ਕਦੰਬੇ ਸਾਰੇ ਤੁਹਾਡੇ ਦਾਸ ਜਿੰਨੇ ਸੇਵਕ ਨੇ ਤੁਹਾਨੂੰ ਉਡੀਕਦੇ ਸਨ ਕਿ ਕਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਲਾਹੌਰੋਂ ਆਉਣਗੇ ਤੇ ਅਸੀਂ ਦੀਦਾਰ ਕਰਾਂਗੇ। ਅਲਪ ਅਰਬਲ ਗੁਰ ਜਬ ਰੋਏ, ਕਰੀ ਪੁਕਾਰ ਉੱਚ ਸਭ ਕੋਈ। ਗੁਰੂ ਹਰਗੋਬਿੰਦ ਪਾਤਸ਼ਾਹ ਦੀ ਅਰਬਲਾ ਉਮਰ ਜਿਹੜੀ ਸੀ ਅਲਪ ਛੋਟੀ ਉਮਰ ਸੀ। 11 ਸਾਲ ਦੀ ਉਮਰ ਕਿਤੇ ਕਿੰਨੇ ਕੁ ਹੁੰਦੀ ਹੈ। 11 ਸਾਲ ਦੀ ਉਮਰ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੀ। ਜਦੋਂ ਗੁਰੂ ਕੇ ਸਿੱਖਾਂ ਸੁਣਿਆ, ਸਿੱਖ ਬੜੇ ਵਿਰਾਗ ਕਰਨ ਲੱਗੇ। ਕਰੀ ਪੁਕਾਰ ਉਸ ਸਭ ਕੋਏ, ਜਿੰਨੇ ਸਾਰੇ ਸਾਨੂੰ ਉੱਚੀ ਉੱਚੀ ਵਿਰਾਗ ਕਰਦੇ ਹੋਏ, ਵਿਰਾਗ ਦੇ ਵਹਿਣ ਵਿੱਚ ਜਦੋਂ ਵਹਿ ਤੁਰੇ। ਬੈਠੀ ਹੁਤੀ ਗੰਗ ਚਿਤ ਸ਼ਾਂਤੀ, ਸੁਨਤ ਕੂਕ ਦਲ ਕੀ ਤਬ ਛਾਤੀ। ਭਾਈ ਸਾਹਿਬ ਕਹਿੰਦੇ ਮਾਤਾ ਗੰਗਾ ਜੀ ਅੰਦਰ ਬੈਠੇ ਹੋਏ ਸਨ ਸ਼ਾਂਤ ਚਿੱਤ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਲਾਹੌਰ ਤੁਰਨ ਤੋਂ ਪਹਿਲਾਂ ਸਾਡੇ ਮਾਤਾ ਗੰਗਾ ਜੀ ਨੂੰ ਉਸ ਅਵਸਥਾ 'ਤੇ ਪਹੁੰਚਾ ਗਏ ਸਨ ਜਿਸ ਅਵਸਥਾ 'ਤੇ ਦੁੱਖ ਸੁੱਖ ਗਮ ਚਿੰਤਾ ਫਿਕਰ ਪ੍ਰਭਾਵ ਨਹੀਂ ਪਾਉਂਦਾ। ਮਾਤਾ ਜੀ ਨੂੰ ਸੰਸਾਰ ਮੰਡਲ ਤੋਂ ਉੱਚਿਆਂ ਕਰ ਗਏ, ਆਤਮਿਕ ਮੰਡਲਾਂ ਦੇ ਵਾਸੀ ਬਣਾ ਗਏ ਸਨ। ਫਿਰ ਵੀ ਇਹ ਮਨੁੱਖੀ ਹਿਰਦਾ ਹੈ, ਪੱਥਰ ਤਾਂ ਨਹੀਂ ਹੈ। ਸੋ ਇਸ ਵਾਸਤੇ ਪਿਆਰੇ ਸਤਿਗੁਰੂ ਦਾ ਵਿਛੋੜਾ, ਫਿਰ ਗੁਰੂ ਪਾਤਸ਼ਾਹ ਨੇ ਵਿਛੋੜੇ ਦਾ ਦੁੱਖ ਬੜਾ ਬਾਣੀ 'ਚ ਵੱਡਾ ਮੰਨਿਆ ਹੈ। ਮਾਤਾ ਗੰਗਾ ਜੀ ਸ਼ਾਂਤ ਚਿੱਤ ਬੈਠੇ ਸਨ। ਜਦੋਂ ਉਹਨਾਂ ਨੇ ਕੂਕ ਪੁਕਾਰ ਸੁਣੀ, ਉਹਨਾਂ ਦੀ ਦਲਕੀ ਤਬ ਛਾਤੀ, ਜਿਹੜੀ ਛਾਤੀ ਹਿਰਦਾ ਸੀ ਨਾ, ਭਾਈ ਸਾਹਿਬ ਕਹਿੰਦੇ ਧੜਕਿਆ, ਹਿਰਦਾ ਕੰਬਣ ਲੱਗਾ। ਸੁਧ ਕੋ ਦਾਸੀ ਤੁਰਤ ਪਠਾਈ, ਗੁਰ ਪਰਲੋਕ ਭਾ ਆਨ ਸੁਨਾਈ। ਮਾਤਾ ਜੀ ਨੇ ਛੇਤੀ ਨਾਲ ਦਾਸੀ ਸੇਵਾਦਾਰ ਨੇ ਘੱਲੀ ਕਿ ਜਾ ਖਬਰ ਲੈ ਕੇ ਆ ਕੀ ਕਾਰਨ ਹੈ। ਸੋ ਦਾਸੀ ਨੇ ਜਾ ਕੇ ਪਤਾ ਕੀਤਾ, ਆ ਕੇ ਦੱਸਿਆ ਗੁਰ ਪਰਲੋਕ ਭਾ ਦਰਥ ਹੋ ਗਿਆ। ਮਾਤਾ ਜੀ ਆਪ ਜੀ ਦੇ ਸੁਆਮੀ ਪਤੀ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਸੱਚਖੰਡ ਪਿਆਨਾ ਹੋਇਆ ਹੈ। ਆਣ ਸੁਣਾਈ, ਇਹ ਜਿਹੜੀ ਖਬਰ ਸੀ ਨਾ, ਮਾਤਾ ਗੰਗਾ ਜੀ ਨੂੰ ਆ ਕਰਕੇ ਸੇਵਾਦਾਰਨੀ ਦਾਸੀ ਨੇ ਜਦੋਂ ਸੁਣਾਈ। ਮਨਹੁ ਅਚਾਨਕ ਵਜਰ ਪਹਾਰਾ, ਕੰਚਨ ਬੀਲ ਗਿਰੀ ਕਬਾਰਾ। ਭਾਈ ਸਾਹਿਬ ਕਹਿੰਦੇ ਕਿ ਮਨਹੁ ਅਚਾਨਕ ਆ ਕਰਕੇ ਵਜਰ ਪ੍ਰਹਾਰਾ, ਵਜਰ ਇੱਕ ਸ਼ਸਤਰ ਹੈ, ਪ੍ਰਹਾਰਾ ਉਹਦਾ ਵਾਰ ਹੋਇਆ ਕਿ ਵਜਰ ਦਾ ਵਾਰ ਹੋ ਗਿਆ। ਕੰਚਨ ਬੇਲ ਗਿਰੀ ਕਬਾਰਾ, ਕੰਚਨ ਸੋਨੇ ਦੀ ਵੱਲ, ਇੱਕ ਪ੍ਰਕਾਰ ਦੀ ਵੱਲ ਹੈ ਜਿਹਨੂੰ ਕਾਂਚ ਨਾਰ ਜਾਤੀ ਵਿੱਚੋਂ ਮੰਨਿਆ ਜਾਂਦਾ, ਉਹ ਵੇਲ ਹੈ। ਤੇ ਉਸ ਵੇਲ ਦੇ ਉੱਪਰ ਕੋਈ ਬੜਾ ਭਾਰੀ ਸ਼ਸਤਰ ਚੱਲ ਗਿਆ। ਵੇਲ ਤਾਂ ਬੜੀ ਕੂਲੀ ਹੁੰਦੀ ਹੈ, ਬੜੀ ਛੇਤੀ ਟੁੱਟ ਫੁੱਟ ਜਾਂਦੀ ਹੈ, ਕੱਟੀ ਵੱਢੀ ਜਾਂਦੀ ਹੈ। ਸੋ ਇਹੋ ਸਮਝੋ ਕਿ ਜਿਵੇਂ ਕੰਚਨ ਦੀ ਵੇਲ, ਉਹਦੇ ਉੱਪਰ ਸ਼ਸਤਰ ਦਾ ਵਾਰ ਹੋਇਆ, ਗਿਰੀ ਇੱਕ ਵਾਰਾ ਇੱਕਦਮ ਡਿੱਗ ਪਈ। ਆਰਤ ਸ਼ੋਕ ਵਿਸਾਲ ਪੁਕਾਰਤ, ਸਗਰ ਨਗਰ ਮੈਂ ਸੁਣਿਓ ਪ੍ਰਸੰਗ, ਦੌਰ ਤੇ ਆਵਤ ਰੁਦਤ ਉਤੰਗ। ਜਿੱਥੇ ਮਾਤਾ ਗੰਗਾ ਜੀ ਨੇ ਖਬਰ ਸੁਣੀ, ਉੱਥੇ ਗੁਰੂ ਕੇ ਮਹਿਲਾਂ ਵਿੱਚ ਜਿੰਨੇ ਦਾਸ ਦਾਸੀਆਂ ਸਨ, ਸਾਰਿਆਂ ਦੇ ਕੰਨਾਂ 'ਚ ਆਵਾਜ਼ ਪਈ, ਸਾਰੇ ਬੜੇ ਸ਼ੋਕ ਵਿੱਚ ਡੁੱਬੇ।
ਸ਼੍ਰੀ ਅੰਮ੍ਰਿਤਸਰ ਸ਼ਹਿਰ ਦੀਆਂ ਗਲੀਆਂ ਬਾਜ਼ਾਰਾਂ ਵਿੱਚ ਜਿਵੇਂ ਜਿਵੇਂ ਇਹ ਖਬਰ ਫੈਲੀ, ਜਿੰਨੇ ਜਿੰਨੇ ਪ੍ਰਸੰਗ ਸੁਣਿਆ, ਭਾਈ ਸਾਹਿਬ ਕਹਿੰਦੇ ਦੌੜਦੇ ਹੋਏ ਗੁਰੂ ਕੇ ਮਹਿਲਾਂ ਵਾਲੇ ਪਾਸੇ ਨੂੰ ਦੌੜੇ, ਜਿੱਥੇ ਗੁਰਦੁਆਰਾ ਗੁਰੂ ਕੇ ਮਹਿਲ ਹੈ। ਇੱਥੇ ਸਤਿਗੁਰੂ ਅਰਜਨ ਦੇਵ ਪਾਤਸ਼ਾਹ, ਗੁਰੂ ਰਾਮਦਾਸ ਪਾਤਸ਼ਾਹ, ਛੇਵੇਂ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਰਿਹਾਇਸ਼ ਰਹੀ ਹੈ, ਰਿਹਾਇਸ਼ੀ ਸਥਾਨ ਹੈ। ਜਦੋਂ ਸਿੱਖ ਸੰਗਤਾਂ ਪ੍ਰੇਮੀਆਂ ਨੇ ਸੁਣਿਆ ਤਾਂ ਸਾਰੇ ਪ੍ਰੇਮੀ ਜਨ ਜਿਹੜੇ ਸਨ ਉਹ ਵਿਰਾਗ ਕਰਦੇ ਹੋਏ ਛੇਤੀ ਨਾਲ ਦੌੜ ਪਏ। ਮਿਲੇ ਸਮੂਹ ਆਏ ਨਰ ਨਾਰੀ, ਰੋਦ ਤੇ ਉੱਚੇ ਕਰਤ ਪੁਕਾਰੀ। ਕੀ ਨਾਰੀ ਕੀ ਨਰ ਮਰਦ ਤੇ ਇਸਤਰੀਆਂ ਆ ਕੇ ਸਾਰੇ ਇਕੱਠੇ ਹੋਏ, ਉੱਚੀ ਆਵਾਜ਼ 'ਚ ਰੋਂਦੇ ਵਿਰਾਗ ਕਰਦੇ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਤਾਈਂ ਯਾਦ ਕਰਕੇ। ਬਿਰਲਾਪੇ ਤਜ ਅਸ਼ਰੁਨ ਆਪੈ, ਪਰਤਾਪੈ ਗੁਣ ਸਿਮਰ ਕਲਾਪੈ। ਬੜਾ ਵਿਰਲਾਪ ਵਿਰਾਗ ਕਰਦੇ ਹੋਏ ਨੇਤਰਾਂ ਵਿੱਚੋਂ ਹੰਝੂ ਵਹਿ ਰਹੇ ਨੇ। ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਦਾ ਵਿਛੋੜਾ ਸਹਿ ਹੈ, ਪਰ ਤਾਪੇ ਦਾ ਅਰਥ ਬਹੁਤ ਦੁਖੀ ਹੁੰਦੇ ਹਨ। ਗੁਣ ਸਿਮਰ ਕਲਾਪੇ, ਗੁਰੂ ਅਰਜਨ ਦੇ ਪਾਤਸ਼ਾਹ ਦੇ ਮਹਾਨ ਸਾਰੇ ਗੁਣਾਂ ਨੂੰ ਯਾਦ ਕਰ ਕਰਕੇ ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਬਹੁਤ ਭਾਰੀ ਵਿਰਾਗ ਵਿੱਚ ਹਨ। ਪੁੱਤਰ ਬਾਲ ਬੈ ਤਿਆਗ ਗੁਸਾਈ, ਸਿਰ ਪਰ ਸਤਰ ਦੁਸ਼ਟ ਸਮੁਦਾਈ। ਤੇ ਆਖ ਰਹੇ ਨੇ ਕਿ ਸਤਿਗੁਰੂ ਪਾਤਸ਼ਾਹ ਆਪ ਜੀ ਦਾ ਜਿਹੜਾ ਸਪੁੱਤਰ ਅਜੇ ਬਾਲਕ ਅਵਸਥਾ ਵਿੱਚ ਹੈ, ਉਹਨਾਂ ਦੀ ਬੈ ਉਮਰ ਅਜੇ ਬਾਲਕ ਅਵਸਥਾ ਵਿੱਚ ਹੈ, ਉਸ ਸਪੁੱਤਰ ਨੂੰ ਛੱਡ ਕਰਕੇ ਮਹਾਰਾਜ ਆਪ ਜੀ ਸੱਚਖੰਡ ਗਮਨ ਕਰ ਗਏ ਹੋ, ਜਿਨ੍ਹਾਂ ਦੇ ਸਿਰ ਪਰ ਸ਼ਤਰੂ ਦੁਸ਼ਟ ਸਮੁਦਾਇ। ਇੱਕ ਦੁਸ਼ਟ ਦੁਸ਼ਮਣ ਨਹੀਂ, ਪਤਾ ਨਹੀਂ ਕਿੰਨੇ ਕੁ ਦੁਸ਼ਮਣ ਬਣੇ ਬੈਠੇ ਨੇ ਦੁਸ਼ਟ ਲੋਕ। ਮਹਾਰਾਜ ਆਪ ਜੀ ਦਾ ਬੜਾ ਵੱਡਾ ਸਹਾਰਾ ਹੈ ਸੰਗਤ ਨੂੰ, ਪਰਿਵਾਰ ਨੂੰ, ਤੇ ਆਪ ਜੀ ਸੱਚਖੰਡ ਗਮਨ ਕਰ ਗਏ ਹੋ। ਤੁਮ ਬਿਨ ਕੋ ਦੀਵਾਨ ਅਬ ਲਾਵੇ, ਕਿਸ ਤੇ ਸਿੱਖ ਮਨ ਬਾਂਛਤ ਪਾਵੇ। ਤੁਹਾਡੇ ਤੋਂ ਬਿਨਾ ਮਹਾਰਾਜ ਹੁਣ ਕੌਣ ਇਸ ਤਰ੍ਹਾਂ ਦੀਵਾਨ ਸਜਾਏਗਾ, ਜਿਨ੍ਹਾਂ ਦੀ ਸੰਗਤ 'ਚ ਬੈਠ ਕੇ ਅਸੀਂ ਆਪ ਜੀ ਦੇ ਬਚਨ ਸੁਣਦੇ ਸੀ ਤੇ ਆਪ ਜੀ ਦੇ ਪਾਸੋਂ ਗੁਰੂ ਕੇ ਸਿੱਖ ਮਨ ਭਾਉਂਦੇ ਫਲ ਪ੍ਰਾਪਤ ਕਰਦੇ ਸਨ। ਕਰੈ ਕੌਣ ਦਾਸਨ ਕਲਿਆਣ, ਚਾਹੁ ਦਿਸ਼ ਕੇ ਪਗ ਪੂਜਤ ਆਨ। ਮਹਾਰਾਜ ਕੌਣ ਦਾਸਾਂ ਸੇਵਕਾਂ ਦੀ ਕਲਿਆਣ ਕਰੇਗਾ, ਚਾਵਾਂ ਦਿਸ਼ਾਵਾਂ ਦੇ ਸਿੱਖ ਆ ਕੇ ਆਪ ਜੀ ਦੇ ਚਰਨ ਕਮਲਾਂ ਨੂੰ ਪੂਜਦੇ ਸਨ। ਕੋ ਸੁਧ ਲਿਹੈ ਪਹੁੰਚ ਹਮਾਰੀ, ਰਾਜ ਤੁਰਕ ਕੋ ਬਹੁ ਬੁਰਿਆਰੀ। ਕੌਣ ਪਹੁੰਚ ਕੇ ਸਾਡੀ ਸੁਧ ਖਬਰ ਸਾਰ ਲਏਗਾ। ਮਹਾਰਾਜ ਤੁਰਕਾਂ ਦਾ ਰਾਜ ਬਹੁ ਬੁਰਿਆਰੀ, ਬੜਾ ਭਾਰੀ ਬੁਰਾ ਤੇ ਜ਼ੁਲਮੀ ਰਾਜ ਹੈ। ਜਿਨੋ ਚਾਹਿਓ ਕਰਬੇ ਅਨਿਆਏ, ਪਰਿਓ ਅੰਧੇਰ ਨਾ ਸੂਝੈ ਕਾਏ। ਮਹਾਰਾਜ ਜਿਨ੍ਹਾਂ ਨੇ ਆਪ ਜੀ ਵਰਗੇ ਸ਼ਾਂਤ ਚਿਤ ਮਹਾਂਪੁਰਖ ਨਾਲ ਵੀ ਅਨਿਆਂ ਕਰਨਾ ਚਾਹਿਆ, ਅਨਿਆਂ ਕੀਤਾ ਹੈ, ਜ਼ਬਰ ਜ਼ੁਲਮ ਤੇ ਧੱਕਾ ਕੀਤਾ ਹੈ। ਮਹਾਰਾਜ ਤਾਂ ਪਰਿਓ ਅੰਧੇਰ, ਹਨੇਰ ਪੈ ਗਿਆ ਹੈ ਸੰਸਾਰ ਅੰਦਰ, ਨਾ ਸੂਝਤ ਕਾਇ। ਇਹੋ ਜਿਹਾ ਜ਼ੁਲਮ ਦਾ ਹਨੇਰ ਪਿਆ ਕਿ ਕੁਛ ਸੁੱਝਦਾ ਨਹੀਂ, ਕੁਛ ਔੜਦਾ ਨਹੀਂ, ਕੁਛ ਰਾਹ ਨਜ਼ਰ ਨਹੀਂ ਪੈਂਦਾ। ਉਚਿਤ ਅਨੁਚਿਤ ਵਿਚਾਰ ਨਾ ਕਾਏ, ਗਏ ਬਲੀ ਨਿਬਲਨ ਕੋ ਖਾਏ। ਤੇ ਮਹਾਰਾਜ ਇਹਨਾਂ ਦੁਸ਼ਟਾਂ ਦੇ ਰਾਜ ਵਿੱਚ ਉਚਿਤ ਨ ਉਚਿਤ, ਯੋਗ ਤੇ ਅਯੋਗ ਦੀ ਕੋਈ ਵਿਚਾਰ ਨਹੀਂ ਕੀਤੀ ਜਾਂਦੀ, ਗਲਤ ਕੀ ਤੇ ਠੀਕ ਕੀ ਹੈ। ਇਹ ਇਹੋ ਜਿਹਾ ਜ਼ੁਲਮੀ ਰਾਜ ਹੈ ਕਿ ਜਿਹੜਾ ਬਲੀ ਤਾਕਤਵਾਰ ਹੈ ਉਹ ਮਾੜੇ ਨੂੰ ਫੜ ਕਰਕੇ ਖਾ ਜਾਂਦਾ, ਨਿਗਲ ਜਾਂਦਾ ਹੈ। ਤਗੜਾ ਜਿਹੜਾ ਉਹ ਮਾੜੇ ਨੂੰ ਦਬਾਉਂਦਾ ਹੈ। ਕਿਤ ਗਮਨੇ ਹਮਰੇ ਰਖਵਾਰੇ, ਉੱਚੀ ਬਾਹੋ ਸਾਰ ਪੁਕਾਰੇ। ਤੇ ਮਹਾਰਾਜ ਤੁਸੀਂ ਸਾਡੇ ਰਖਵਾਰੇ, ਰੱਖਿਆ ਕਰਨ ਵਾਲੇ, ਸਾਨੂੰ ਛੱਡ ਕਰਕੇ ਕਿੱਥੇ ਚਲੇ ਗਏ। ਇਸ ਤਰ੍ਹਾਂ ਉੱਚੀਆਂ ਬਾਹਾਂ ਕਰਕੇ ਗੁਰੂ ਕੇ ਸਿੱਖ ਬੜਾ ਵਿਰਾਗ ਕਰਦੇ ਹਨ, ਬਹੁਤ ਹੀ ਵਿਰਾਗ ਦੇ ਵਿੱਚ ਹਨ। ਨਗਰ ਨਾਰ ਹੋਈ ਸਮੁਦਾਏ, ਰੁਦਤ ਸ਼ਬਦ ਕੋ ਬਿਦਤ ਉਠਾਏ। ਸੋ ਨਗਰ ਨਿਵਾਸੀ ਬੜੇ ਵਿਰਾਗ ਵਿੱਚ ਆ ਕਰਕੇ
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਗੁਣਾਂ ਨੂੰ ਯਾਦ ਕਰਦੇ ਹੋਏ ਸਤਿਗੁਰੂ ਪਾਤਸ਼ਾਹ ਜੀ ਦੀ ਜਿੱਥੇ ਵਡਿਆਈ ਮਨ ਵਿੱਚ ਵਸ ਰਹੀ, ਉੱਥੇ ਨਾਲ ਜਿਵੇਂ ਸਾਹਿਬ ਜੀ ਸਿੱਖ ਸੰਗਤਾਂ ਦੀਆਂ ਮਨੋ ਕਾਮਨਾਵਾਂ ਇੱਛਾਵਾਂ ਪੂਰੀਆਂ ਕਰਦੇ ਸਨ। ਸਿੱਖ ਸੰਗਤਾਂ ਦੇ ਮਨਾਂ ਦਿਲਾਂ ਨੂੰ ਠੰਡ ਪੈ ਜਾਂਦੀ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਦੀਦਾਰ ਕਰਕੇ। ਉਹ ਸਮਾਂ ਚੇਤੇ ਕਰਕੇ ਵਾਰ-ਵਾਰ ਵਿਰਾਗ ਦੇ ਵਿੱਚ ਜਾ ਕਰਕੇ ਬੇਧੀਰਜਾ ਦਿਲ ਹੁੰਦਾ, ਹੌਸਲਾ ਨਹੀਂ ਧਾਰਦਾ। ਸਿਮਰ ਪ੍ਰੇਮ ਗੁਰ ਦੁਖਤ ਕਨੇਰੇ, ਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਯਾਦ ਕਰਕੇ ਚੇਤੇ ਕਰ ਕਰਕੇ ਮਨ ਜਿਹੜਾ ਬੜਾ ਭਾਰੀ ਦੁਖੀ ਹੁੰਦਾ ਹੈ। ਮਹਾ ਸ਼ਕਤ ਜੁਤ ਚਾਹਤ ਜੀਤੀ, ਅਛਤ ਸਹੀ ਵਿਪਦ ਕਿਮੇਤੀ। ਮਹਾ ਸ਼ਕਤੀ ਦੇ ਜੁਤ ਸਮੇਤ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਚਾਹਤ ਜੇਤੀ। ਜੋ ਚਾਹੁੰਦੇ ਕਰ ਸਕਦੇ ਸਨ, ਜੋ ਇੱਛਾ ਹੁੰਦੀ, ਅਛਤ ਸ਼ਕਤੀ ਦੇ ਹੁੰਦਿਆਂ ਸਹੀ ਵਿਪਦ ਕਿਮ ਏਤੀ। ਇੰਨੀ ਭਾਰੀ ਵਿਪਦਾ, ਇੰਨਾ ਭਾਰੀ ਦੁੱਖ ਤੇ ਤਕਲੀਫ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਿਵੇਂ ਸਹਿ ਲਈ। ਸਿੱਖ ਇਸ ਗੱਲੋਂ ਬੜੇ ਹੈਰਾਨ ਹਨ ਕਿ ਇੰਨੀ ਭਾਰੀ ਕਰਾਮਾਤ ਸ਼ਕਤੀ ਸਮਰੱਥਾ ਦੇ ਹੁੰਦਿਆਂ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਇੰਨਾ ਭਾਰੀ ਵਿਪਤਾ ਤੇ ਦੁੱਖ ਦਾ ਸਮਾਂ ਆਪਣੇ ਤਨ ਦੇ ਉੱਪਰ ਸਹਿ ਗਏ, ਝੱਲ ਗਏ। ਜਰੀ ਅਜਰ ਉਰ ਧੀਰਜ ਧਾਰੇ, ਹੋਏ ਅਸ ਸ਼ਿਮਾਨ ਆਨ ਮਝਾਰੇ। ਜਰੀ ਅਜਰ, ਜਿਹੜੀ ਅਜਰ ਸ਼ਕਤੀ ਉਹ ਜਰ ਲਈ, ਔਰ ਧੀਰਜ ਧਾਰੇ, ਹਿਰਦੇ 'ਚ ਧੀਰਜ ਧਾਰਨ ਵਾਲਾ ਤੇ ਅਜਰ ਨੂੰ ਜਰਨ ਵਾਲਾ। ਹੋਏ ਅਸ ਸ਼ਿਮਾ ਨਾ, ਇਹੋ ਜਿਹਾ ਸ਼ਿਮਾਵਾਨ ਕੋਈ ਨਹੀਂ ਹੋਇਆ। ਨਾ ਆਨ ਮਝਾਰੀ, ਆਨ ਕਿਸੇ ਹੋਰ ਦੇ ਵਿੱਚ ਨਾ ਨਹੀਂ, ਮਝਾਰੀ ਵਿੱਚ ਕਿਸੇ ਵੀ ਲੋਕ ਵਿੱਚ ਕਿਸੇ ਸਮੇਂ ਵੀ ਇਹੋ ਜਿਹਾ ਮਹਾਂਪੁਰਸ਼ ਨਹੀਂ ਹੋਇਆ ਕਿ ਇਹਨਾਂ ਅਜਰ ਨੂੰ ਜਰਨ ਵਾਲਾ ਧੀਰਜ ਧਾਰੀ, ਇਹਨਾਂ ਭਾਰੀ ਦੁੱਖ ਤੇ ਕਸ਼ਟ ਆਪਣੇ ਸਰੀਰ ਤੇ ਝੱਲ ਕਰਕੇ ਵੀ ਫਿਰ ਵੀ ਛਿਮਾ ਰੱਖੇ, ਫਿਰ ਵੀ ਛਿਮਾ ਦਾ ਪੱਲਾ ਨਾ ਛੱਡੇ। ਇਹੋ ਜਿਹੇ ਕੇਵਲ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਹਨ। ਇਮ ਅੰਤਰ ਬੜ ਬਾਚਿਓ ਰੌਰਾ, ਸੁਨਤ ਦੂਰ ਤੇ ਆਏ ਸੋ ਦੌਰਾ। ਗੁਰੂ ਕੇ ਮਹਿਲਾਂ ਵਿੱਚ ਸਿੱਖ ਸੰਗਤਾਂ ਦਾ ਜਦੋਂ ਇਸ ਤਰ੍ਹਾਂ ਸ਼ੋਕਮਈ ਰੌਲਾ ਪੈ ਰਿਹਾ ਹੈ, ਜਿਹੜਾ ਸੁਣਦਾ ਦੂਰੋਂ ਦੌੜ ਦੌੜ ਕਰਕੇ ਆ ਰਿਹਾ ਹੈ। ਸਿੱਖ ਸੰਗਤ ਚਾਹੁੰਦੇ ਸ਼ਮੈ ਬ੍ਰਿੰਦ, ਚਾਰ ਸ਼ਫੇਰੇ ਸਿੱਖ ਸੰਗਤਾਂ ਬੜੀਆਂ ਜੁੜੀਆਂ ਹਨ। ਸਕਲ ਰੋਏ ਕਰ ਗੁਰ ਸਿਮਰੰਤੇ, ਆਪ ਵਿਮੋਚਿਤ ਲੋਚਨ ਅਤੇ। ਸਾਰੇ ਗੁਰੂ ਕੇ ਸਿੱਖ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਯਾਦ ਕਰਦਿਆਂ ਬੜਾ ਵਿਰਾਗ ਕਰਦੇ ਹੋਏ ਰੋਂਦੇ ਹਨ, ਹਿਰਦਿਓਂ ਵਿਰਾਗ ਕਰਦੇ ਹਨ। ਵਿਰਾਗ ਵਿੱਚ ਨੇ ਆਪ ਵਿਮੋਚਿਤ ਲੋਚਨ ਅਤੇ। ਭਾਈ ਸਾਹਿਬ ਦੱਸ ਰਹੇ ਨੇ ਕਿ ਜਲ ਹੰਝੂ ਨੇਤਰਾਂ ਦੇ ਵਿੱਚੋਂ, ਕੋਨਿਆਂ ਦੇ ਵਿੱਚੋਂ ਆਪ ਮੁਹਾਰੇ ਵਹਿ ਰਿਹਾ ਹੈ। ਵਧਿਓ ਸ਼ੋਕ ਸਭ ਮੈਂ ਤਬ ਐਸੇ, ਬਾਸ ਇਹਾਂ ਕਰੁਣਾ ਰਸ ਅਜੈਸੇ। ਭਾਈ ਸਾਹਿਬ ਕਹਿੰਦੇ ਸਿੱਖ ਸੰਗਤਾਂ ਇੰਨੀਆਂ ਬਿਬਲ ਹੋ ਗਈਆਂ ਵਿਰਾਗ ਵਿੱਚ ਕਿ ਇੰਨਾ ਭਾਰੀ ਸ਼ੋਕ ਦੁੱਖ ਅੰਦਰ ਸਾਰਿਆਂ ਦੇ ਵਧਿਆ। ਇਉਂ ਜਾਣੋ ਬਾਸ ਇਹਾਂ ਕਰਨਾ ਰਸ ਜੈਸੇ, ਕਿ ਜਿਵੇਂ ਨਾ ਕਰਨਾ ਰਸ ਤੇ ਸ਼ੋਕ ਤੇ ਰੋਣ ਇੱਥੇ ਹੀ ਆ ਵਸਿਆ ਹੋਵੇ। ਸਾਰੇ ਦੁੱਖਾਂ ਨੇ ਕਰਨਾ ਰਸ ਨੇ ਅੰਮ੍ਰਿਤਸਰ ਹੀ ਆ ਕੇ ਪੜਾ ਲਾ ਲਿਆ ਹੋਵੇ। ਇੰਨੇ ਸਿੱਖ ਸੰਗਤਾਂ ਦੇ ਹਿਰਦੇ ਸਤਿਗੁਰੂ ਦੇ ਵਿਛੋੜੇ ਵਿੱਚ ਦੁਖੀ ਹਨ ਕਿ ਕਰਨਾ ਰਸ ਵਿਰਾਗ ਇੱਥੇ ਹੀ ਆ ਕਰਕੇ ਵਸ ਗਏ ਹੋਣ। ਹਾਏ ਪਿਤਾ ਗੁਣ ਨਿਧ ਸੁਖਦਾਨੀ, ਕੌਣ ਦੁਲਾਰ ਕਰੇ ਬਹਾਨੀ। ਸੋ ਸਤਿਗੁਰੂ ਪਾਤਸ਼ਾਹ ਨੂੰ ਯਾਦ ਕਰਦਿਆਂ ਹੋਇਆਂ, ਹੇ ਗੁਣਾਂ ਦੇ ਨਿਤ ਸੁੱਖਾਂ ਦੇ ਦਾਤੇ ਸਤਿਗੁਰੂ ਪਾਤਸ਼ਾਹ ਜੀ ਤੋਂ ਬਿਨਾਂ ਹੁਣ ਕੌਣ ਲਾਡ ਲਡਾਵੇਗਾ, ਕੌਣ ਪਿਆਰ ਦੇਵੇਗਾ। ਸੁਖ ਬੈਠਨ ਪਿਤ ਅੰਕ ਵਡੇਰੇ, ਕਰ ਸਨੇਹ ਸਿਰ ਹਾਥ ਸੋ ਫੇਰੇ। ਜਦੋਂ ਪਿਤਾ ਸਤਿਗੁਰੂ ਜੀ ਦੀ ਗੋਦ 'ਚ ਬੈਠਦੇ ਸਨ ਗੁਰੂ ਹਰਗੋਬਿੰਦ ਪਾਤਸ਼ਾਹ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਪਿਆਰ ਨਾਲ ਸੀਸ ਤੇ ਹੱਥ ਫੇਰਦੇ ਸਨ। ਉਹ ਸਮਾਂ ਯਾਦ ਕਰਦੇ ਕਿ ਹੁਣ
ਜਿਹੜਾ ਪਿਤਾ ਵਾਲਾ ਪਿਆਰ ਭਰਿਆ ਰਹਿਮਤ ਭਰਿਆ ਹੱਥ ਹੈ ਉਹ ਸੀਸ ਦੇ ਉੱਪਰ ਨਹੀਂ ਫਿਰੇਗਾ। ਸੋ ਅਬ ਕਹਾ ਨ ਪ੍ਰਾਪਤ ਮੋਹੀ ਅੰਤ ਸਮੇਂ ਨਹਿ ਦਰਸ਼ਨ ਹੋਹੀ। ਉਹ ਸਮਾਂ ਹੁਣ ਸਾਨੂੰ ਕਿਤੇ ਪ੍ਰਾਪਤ ਨਹੀਂ ਹੋਵੇਗਾ ਤੇ ਨਾ ਹੀ ਆਪ ਜੀ ਦਾ ਅੰਤਲੇ ਸਮੇਂ ਤੇ ਸਾਨੂੰ ਦਰਸ਼ਨ ਪ੍ਰਾਪਤ ਹੋਇਆ। ਚਲੋ ਅੰਤਲੇ ਸਮੇਂ ਤੇ ਆਪ ਦਾ ਦੀਦਾਰ ਹੋ ਜਾਂਦਾ ਪਰ ਉਹ ਵੀ ਦੀਦਾਰ ਆਪ ਜੀ ਦਾ ਪ੍ਰਾਪਤ ਨਾ ਹੋ ਸਕਿਆ। ਭੂਤ ਭਵਿਖਤ ਬਿਦਤ ਬਿਰਤੰਤਾ ਇਮ ਕਿਸ ਰੀਤ ਪ੍ਰਾਨ ਕਰ ਅੰਤ। ਮਹਾਰਾਜ ਭੂਤ ਕਾਲ ਭਵਿਖਤ ਕਾਲ ਵਿਦਤ ਬਿਰਤੰਤਾ ਇਹ ਪ੍ਰਸੰਗ ਪ੍ਰਗਟ ਹੈ। ਇਮ ਕਿਸ ਰੀਤ ਪ੍ਰਾਨ ਕਰ ਅੰਤਾ ਇਮ ਇਸ ਤਰ੍ਹਾਂ ਕਿਸ ਤਰੀਤੀ ਕਿਸ ਤਰ੍ਹਾਂ ਦੇ ਨਾਲ ਆਪ ਜੀ ਨੇ ਆਪਣੇ ਪ੍ਰਾਣਾਂ ਨੂੰ ਛੱਡ ਦਿੱਤਾ। ਜੋਤੀ ਜੋਤ ਸਮਾ ਗਏ ਹੋ। ਪਹਿਲੇ ਗੁਰੂ ਸਾਹਿਬ ਜੀ ਤਾਂ ਇਸ ਤਰ੍ਹਾਂ ਨਹੀਂ ਕਰਦੇ ਰਹੇ, ਸਿੱਖ ਸੰਗਤਾਂ ਦੇ ਵਿੱਚ ਆਪ ਦੱਸਦੇ ਰਹੇ ਹਨ ਤੇ ਆਪ ਜੀ ਹੁਣ ਇਸ ਤਰ੍ਹਾਂ ਭਾਣਾ ਵਰਤਾ ਗਏ ਹੋ। ਸੋ ਇਹ ਸਮਾਂ ਹੈ ਹੀ ਬੜਾ ਬਿਬਲ ਕਰਨ ਵਾਲਾ ਸੀ। ਸ਼੍ਰੀ ਸਤਿਗੁਰੂ ਜੀ ਦਾ ਅਚਾਨਕ ਸਾਕਾ ਤੇ ਐਸੇ ਅਸਹਿ ਕਸ਼ਟਾਂ ਖੇਦਾਂ ਤੇ ਪੀੜਾਂ ਦਾ ਸਹਾਰਨਾ ਆਪਣੇ ਆਪ ਵਿੱਚ ਇੱਕ ਮਹਾ ਸ਼ੋਕਦਾਇਕ ਹੋਣੀ ਹੈ। ਉਹ ਵੀਣਾ ਦੇ ਵਜਾਮਨਹਾਰ, ਉਹ ਸਰੰਦੇ ਨਾਲ ਕੀਰਤਨ ਕਰਨ ਵਾਲੇ ਸੰਗੀਤ ਰੂਪ ਗੁਰੂ ਅਰਜਨ ਦੇ ਪਾਤਸ਼ਾਹ, ਉਹ ਬਾਣੀ ਦੇ ਰਚਨਹਾਰ, ਕਵਿਤਾ ਦੇ ਕੋਮਲ ਸਰੀਰ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਕ ਕਰਤਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੈਸੇ ਪਾਵਨ ਮੰਦਰ ਦੇ ਰਚਨਹਾਰ, ਕਲਾ ਕਸੌਲੀਏ ਉਹ ਦਇਆ ਸ਼ਿਮਾ ਦੇ ਸੋਲ ਦਾਤੇ, ਉਹ ਪ੍ਰੇਮ ਦਾ ਅਵਤਾਰ, ਕਿੰਨਾ ਦਇਆਹੀਨ ਕਠੋਰ ਕਸ਼ਟਾਂ ਦੇ ਮੂੰਹ ਆਏ। ਕੌਣ ਹੈ ਜੋ ਅੱਜ ਵੀ ਸੁਣ ਕੇ ਨਹੀਂ ਰੋ ਪੈਂਦਾ। ਉਸ ਵੇਲੇ ਦੇ ਪ੍ਰੇਮੀ ਨਿਜ ਪਰਿਵਾਰ ਤੇ ਸੰਗਤਾਂ ਨੂੰ ਜਿਨ੍ਹਾਂ ਨੇ ਦਰਸ਼ਨ ਕੀਤੇ, ਬਚਨ ਸੁਣੇ ਤੇ ਨਾਦ ਨਾਲ ਮਸਤ ਹੋਏ, ਕਿਵੇਂ ਉਹਨਾਂ ਦੇ ਕਲੇਜੇ ਫਟੇ ਹੋਣਗੇ ਕੌਣ ਅੰਦਾਜ਼ਾ ਕਰ ਸਕਦਾ ਹੈ। ਪਰੰਤੂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਮਾਤਾ ਜੀ ਨੂੰ ਦੱਸ ਗਏ ਸਨ, ਆਪਣੇ ਮਹਿਲਾਂ ਨੂੰ ਸਮਝਾ ਗਏ ਤੇ ਮੋਹ ਮਾਇਆ ਤੋਂ ਵਰਜ ਕੇ ਉੱਚਾ ਕਰ ਗਏ ਸਨ। ਸੋ ਮਾਤਾ ਜੀ ਧੀਰਜ ਵਾਲੇ ਸਨ, ਹੌਸਲੇ ਵਾਲੇ ਸਨ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਵਿਛੋੜਾ ਸਾਰੇ ਹੀ ਗੁਰਸਿੱਖਾਂ ਵਾਸਤੇ ਬੜਾ ਅਸਹਿ ਹੈ। ਸੋ ਮਾਤਾ ਜੀ ਪਤੀ ਵਰਤਾ ਧਰਮ ਦਾ ਨਮੂਨਾ ਸਨ। ਸਾਰੀ ਉਮਰ ਸੇਵਾ ਕਰਦੇ ਤੇ ਨਾਮ ਸਿਮਰਦੇ ਰਹੇ। ਅੰਤ ਸਮੇਂ ਸਤਿਗੁਰੂ ਉਹਨਾਂ ਨੂੰ ਪੂਰਨ ਗਿਆਨ ਅਰੂੜ ਕਰਕੇ ਹੀ ਅੰਮ੍ਰਿਤਸਰ ਸਾਹਿਬ ਤੋਂ ਲਾਹੌਰ ਨੂੰ ਤੁਰੇ ਸਨ। ਉਹਨਾਂ ਦੇ ਪ੍ਰੇਮ ਦੀ ਥਾਂ ਤੇ ਬਿਰਹੋਂ ਦਾ ਅੰਤ ਨਹੀਂ ਲਿਆ ਜਾ ਸਕਦਾ, ਪਰ ਐਸੇ ਕਰਤਵ ਉਹਨਾਂ ਵਿੱਚ ਸੰਭਵ ਨਹੀਂ ਹਨ। ਸੋ ਸਤਿਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਜਿਨ੍ਹਾਂ ਨਾਲ ਅੰਤਾਂ ਦਾ ਪਿਆਰ ਹੈ, ਸਤਿਗੁਰੂ ਪਾਤਸ਼ਾਹ ਦੇ ਆਪਣੇ ਪਰਿਵਾਰ ਤੇ ਸਿੱਖ ਸੰਗਤਾਂ ਦਾ, ਉਹਨਾਂ ਸਾਹਿਬਾਂ ਦਾ ਜੋਤੀ ਜੋ ਸਮਾ ਜਾਣਾ ਬਿਲਕੁਲ ਸਿੱਖ ਸੰਗਤਾਂ ਵਾਸਤੇ ਇਹ ਵਿਛੋੜੇ ਦਾ ਦੁੱਖ ਝੱਲਣਾ ਅਸਹਿ ਹੀ ਹੈ, ਨਹੀਂ ਬਰਦਾਸ਼ਤ ਕਰਨ ਦੇ ਯੋਗ। ਇਸ ਵਾਸਤੇ ਸਿੱਖ ਸੰਗਤਾਂ ਬੜੀਆਂ ਭਾਈ ਸਾਹਿਬ ਕਹਿੰਦੇ ਬਿਬਲ ਨੇ, ਅਲਖ ਗਤੀ ਗੁਰ ਕੀ ਬਿਸਮਾਵਤ ਨਹੀਂ ਅਪਰ ਤੇ ਜਾਨੀ ਜਾਵਤ। ਇਹੋ ਜਿਹੀ ਜਿਹੜੀ ਅਚਰਜ ਗਤੀ ਲੱਖਾਂ ਤੋਂ ਰਹਿਤ ਅਵਸਥਾ ਸਤਿਗੁਰੂ ਪਾਤਸ਼ਾਹ ਦੀ, ਉਸ ਨੂੰ ਸੁਣ ਕਰਕੇ ਗੁਰੂ ਕੇ ਸਿੱਖ ਬਿਸਮਾਵਤ ਹੈਰਾਨ ਤੇ ਅਚਰਜ ਹੁੰਦੇ ਹਨ। ਪਰ ਇਹ ਕਿਸੇ ਵੀ ਤਰੀਕੇ ਦੇ ਨਾਲ ਜਾਣੀ ਸਮਝੀ ਨਹੀਂ ਜਾ ਸਕਦੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਅਵਸਥਾ ਤੇ ਗਤੀ ਕੌਤਕਾਂ ਨੂੰ ਕੌਣ ਜਾਣ ਸਕਦਾ ਹੈ। ਸੋ ਇਸ ਤਰ੍ਹਾਂ ਸਿੱਖ ਸੰਗਤਾਂ ਜਿਹੜੀਆਂ ਬੜੀਆਂ ਹੀ ਭਾਰੀ ਬਿਬਲ ਹੋ ਕਰਕੇ ਬੜੇ ਕਸ਼ਟ ਤੇ ਦੁਖਦਾਇਕ ਸਮੇਂ ਦੇ ਵਿੱਚੋਂ ਗੁਜ਼ਰ ਰਹੀਆਂ ਹਨ। ਪੁਨ ਸ੍ਰੀ ਹਰਿਗੋਬਿੰਦ ਉਚਾਰੇ ਨਿਕਟ ਪੰਚ ਜਬ ਗੁਰੂ ਪਧਾਰੇ। ਫਿਰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਉਚਾਰੇ। ਸਾਹਿਬ ਜੀ ਕਹਿਣ ਲੱਗੇ, ਜਿਹੜੇ ਪੰਜ ਸਿੱਖ ਤੁਸੀਂ ਨੇੜੇ ਸੀ ਗੁਰੂ ਸਾਹਿਬ ਦੇ, ਜਦੋਂ ਗੁਰੂ ਪਾਤਸ਼ਾਹ ਮਹਾਰਾਜ ਜੀ ਸੱਚਖੰਡ ਪਿਆਨਾ ਕੀਤਾ, ਅੰਤ ਸਮੇਂ ਕਮ ਕੀਏ ਫਰਮਾਵਨ ਤੁਮ ਕੋ ਕੀਨਸ ਕਹਾ ਜਨਾਵਨ। ਤੇ ਅੰਤਲੇ ਸਮੇਂ ਤੇ ਸਾਹਿਬਾਂ ਨੇ ਕੀ ਉਪਦੇਸ਼ ਫਰਮਾਇਆ,
ਤੁਹਾਨੂੰ ਕੀ ਉਪਦੇਸ਼ ਜਨਾਉਣਾ ਕੀਤਾ, ਕੀ ਸਿੱਖਿਆ ਦਿੱਤੀ ਹੈ। ਸੋ ਅਬ ਬਾਕਨ ਕਰੋ ਬਤਾਵਨ, ਸੁਨ ਹਮ ਧਰੈ ਮਹਿਦ ਸੁਖ ਪਾਵਨ। ਉਹ ਪਾਵਨ ਬਚਨ ਪਿਤਾ ਸਤਿਗੁਰੂ ਅਰਜਨ ਦੇ ਪਾਤਸ਼ਾਹ ਦੇ ਪਾਵਨ ਵਾਕ ਜੋ ਅੰਤਲੇ ਸਮੇਂ ਤੇ ਸਹਿਬਾਂ ਪਿਤਾ ਸਤਿਗੁਰੂ ਨੇ ਆਖੇ ਸਨ, ਸਿੱਖੋ ਕਰੋ ਬਤਾਵਨ। ਉਹ ਬਚਨ ਸਾਹਿਬਾਂ ਦੇ ਸਾਨੂੰ ਦੱਸਣਾ ਕਰੋ, ਜਿਨ੍ਹਾਂ ਬਚਨਾਂ ਨੂੰ ਸੁਣ ਕਰਕੇ ਧਰੇ ਮਹਿਦ ਸੁਖ ਪਾਵਨ, ਅਸੀਂ ਮਹਾਨ ਭਾਰੀ ਸੁਖ ਹਿਰਦੇ 'ਚ ਧਾਰਨ ਕਰੀਏ। ਪਿਤਾ ਸਤਿਗੁਰੂ ਦੇ ਬਚਨਾਂ ਵਿੱਚ ਹੀ ਸੁਖ ਹੈ, ਉਪਦੇਸ਼ ਵਿੱਚ ਹੀ ਸੁਖ ਹੈ। ਉਹਨਾਂ ਸਾਹਿਬਾਂ ਦੇ ਉਹਨਾਂ ਬਚਨਾਂ ਨੂੰ ਸੁਣ ਕੇ ਮੰਨ ਕੇ ਹਿਰਦੇ 'ਚ ਵਸਾ ਕਰਕੇ ਸੁਖ ਪਾਉਣਾ ਕਰੀਏ। ਏਮ ਪ੍ਰਸੰਗ ਬੂਝਤ ਬਰੋਏ, ਨਹੀਂ ਧੀਰ ਮਨ ਸ਼ੋਕ ਪਰੋਏ। ਇਸ ਤਰ੍ਹਾਂ ਸਾਹਿਬਾਂ ਦਾ ਪ੍ਰਸੰਗ ਜਦੋਂ ਪੁੱਛਿਆ ਨਾ ਗੁਰੂ ਹਰਗੋਬਿੰਦ ਪਾਤਸ਼ਾਹ ਨੇ, ਸਿੱਖ ਫੇਰ ਬੜਾ ਵਿਰਾਗ ਕਰਦੇ ਨੇ, ਵਿਰਾਗ ਵਾਲੀ ਹਾਲਤ ਵਿੱਚ ਨੇ ਤੇ ਕਿਸੇ ਤਰ੍ਹਾਂ ਹਿਰਦੇ ਵਿੱਚ ਧੀਰਜ ਨਹੀਂ ਧਾਰ ਰਹੇ, ਮਨ ਜਿਹੜਾ ਸ਼ੋਕ ਵਿੱਚ ਪਰੋਇਆ ਹੋਇਆ ਹੈ। ਅਸ਼ਰ ਵਿਮੋਚਤ ਗੁਰ ਲਗ ਜਾਏ, ਗਦ ਗਦ ਗਿਰਾ ਮਹਾ ਕੁਲਾਏ। ਨੇਤਰਾਂ ਵਿੱਚੋਂ ਹੰਝੂ ਵਹਿ ਕਰਕੇ ਥੱਲੇ ਛਾਤੀ ਗਲ ਤੱਕ ਜਾ ਕਰਕੇ ਲੱਗ ਰਹੇ ਨੇ। ਗਦ ਗਦ ਗਿਰਾ ਮਹਾ ਕੁਲਾਏ, ਜਿਹੜੇ ਪੰਜ ਸਿੱਖ ਜਿਨ੍ਹਾਂ ਹਾਲਤ ਤੱਕੀ ਸੀ ਨਾ, ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਆਖਿਆ ਸਿੱਖੋ ਦੱਸੋ ਅੰਤਲਾ ਉਪਦੇਸ਼, ਤਾਂ ਉਹ ਸਿੱਖ ਜਿਹੜੇ ਸਨ ਫਿਰ ਨੇਤਰਾਂ ਵਿੱਚੋਂ ਹੰਝੂ ਵਹਿ ਤੁਰੇ। ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਉਹ ਸਾਰਾ ਨਕਸ਼ਾ, ਉਹ ਸਾਰਾ ਸੀਨ, ਦੁੱਟ ਚੰਦੂ ਦੀ ਹਵੇਲੀ ਵਾਲਾ, ਰਾਵੀ ਦਰਿਆ ਦੇ ਕੰਢੇ ਵਾਲਾ, ਉਹ ਸਾਰਾ ਸੀਨ ਅੱਖਾਂ ਦੇ ਅੱਗੋਂ ਲੰਘਿਆ। ਨੇਤਰਾਂ ਵਿੱਚੋਂ ਫਿਰ ਭਾਈ ਸਾਹਿਬ ਕਹਿੰਦੇ ਅਸ਼ਰ ਵਿਮੋਚਿਤ ਜਲ ਵਹਿ ਤੁਰਿਆ, ਹੰਝੂ ਵਹਿ ਤੁਰੇ, ਗਰ ਲੱਗ ਜਾਏ, ਜਿਹੜੇ ਗਲ ਤੱਕ ਜਾ ਕਰਕੇ ਲੱਗ ਰਹੇ ਨੇ। ਇਹਨਾਂ ਨੇਤਰਾਂ 'ਚੋਂ ਪਾਣੀ ਵਹਿ ਰਿਹਾ ਹੈ, ਮੁਖ ਤੋਂ ਬੋਲਿਆ ਨਹੀਂ ਜਾਂਦਾ। ਗਦ ਗਦ ਗੇਰਾ ਮਹਾ ਅਕਲਾਈ, ਇਹਨੇ ਵਿਆਕਲ ਨੇ ਕਿ ਗੇਰਾ ਜਿਹੜੀ ਬਾਣੀ ਉਹ ਗਦ ਗਦ ਹੋ ਗਈ, ਜਿਹੜੇ ਗਲੇ ਦੇ ਬੋਲ ਸਨ ਅਸਤ ਵਿਅਸਤ ਹੋ ਗਏ, ਆਵਾਜ਼ ਵੀ ਸਾਫ਼ ਨਹੀਂ ਨਿਕਲ ਰਹੀ। ਤਿਉ ਅਵਲੋਕਤ ਸੇਵਕ ਸਾਰੇ, ਬਹੁਤ ਬਸੂਰਤ ਅਸ਼ਰੂ ਡਾਰੇ। ਜਦੋਂ ਇਹਨਾਂ ਗੁਰਸਿੱਖਾਂ ਦੀ ਹਾਲਤ ਇਸ ਤਰ੍ਹਾਂ ਦੀ ਬਾਕੀ ਸਿੱਖਾਂ ਨੇ ਵੇਖੀ, ਭਾਈ ਸਾਹਿਬ ਕਹਿੰਦੇ ਉਹ ਵੀ ਸਿੱਖ ਬੜਾ ਬਸੂਰ ਝੂਰਨ ਲੱਗੇ, ਅਸ਼ਰੂ ਡਾਰੇ, ਨੇਤਰਾਂ ਵਿੱਚੋਂ ਹੰਝੂ ਸੁੱਟਣ ਲੱਗੇ। ਦੀਨ ਮਨੇ ਦੁਖ ਲਹਿਤ ਕਨੇਰੇ, ਗਿਆਨੀ ਤਉ ਪ੍ਰੇਮ ਗੁਰ ਕੇਰੇ। ਬੜੇ ਦੀਨ ਮਨੇ ਉਦਾਸ ਚਿੱਤ ਹੋ ਕੇ ਦੁਖ ਲਹਿਤ ਕਨੇਰੇ, ਭਾਰੀ ਦੁੱਖ ਲੈ ਰਹੇ ਨੇ, ਜਿਸ ਕਰਕੇ ਮਨ 'ਚ ਬਹੁਤ ਉਦਾਸੀ ਤੇ ਗਮ ਛਾਇਆ ਹੈ। ਗਿਆਨੀ ਤਉ ਪ੍ਰੇਮ ਗੁਰ ਕੇਰੇ, ਪਰ ਤਦੋਂ ਵੀ ਜਿਹੜੇ ਗੁਰੂ ਪ੍ਰੇਮੀ ਨੇ, ਗੁਰੂ ਗਿਆਨ ਦੇ 'ਚ ਟਿਕੇ ਹੋਏ ਨੇ, ਜਿਹੜਾ ਵਿਛੋੜੇ ਦਾ ਦੁੱਖ ਹੈ ਭਾਵੇਂ ਬ੍ਰਹਮ ਗਿਆਨੀ ਕੋਈ ਨਾ ਕਿਉਂ ਨਾ ਹੋਵੇ, ਉਹ ਵੀ ਮਹਿਸੂਸ ਕਰਦਾ ਹੈ। ਗੁਰੂ ਕੇ ਸਿੱਖ ਮਹਿਸੂਸ ਕਰਦੇ ਨੇ ਇਸ ਗੱਲ ਨੂੰ ਕਿ ਸਤਿਗੁਰੂ ਪਾਤਸ਼ਾਹ ਦਾ ਵਿਛੋੜਾ ਜਿਹੜਾ ਬਰਦਾਸ਼ਤ ਕਰਨ ਦੇ ਯੋਗ ਨਹੀਂ ਹੈ, ਪ੍ਰੇਮ ਵਿੱਚ ਬਿਬਲ ਹੋ ਰਹੇ ਹਨ। ਗੁਰ ਸਨੇਹ ਕੀ ਮਹਿਮਾ ਮਹਾ, ਤਜੇ ਗਿਆਨ ਮਿਲ ਰੋਦਤ ਤਹਾਂ। ਗੁਰੂ ਪਾਤਸ਼ਾਹ ਦੇ ਪ੍ਰੇਮ ਦੀ ਇੰਨੀ ਭਾਰੀ ਮਹਿਮਾ ਹੈ, ਉੱਥੇ ਗਿਆਨ ਵੀ ਪਛਾਂ ਹਟ ਜਾਂਦਾ, ਜਿੱਥੇ ਸਤਿਗੁਰੂ ਦਾ ਪ੍ਰੇਮ ਹਿਰਦੇ ਵਿੱਚ ਉਛਾਲੇ ਮਾਰਦਾ ਹੈ। ਬੜੇ ਭਾਰੀ ਵਿਰਾਗ ਦੇ ਵਿੱਚ ਹਨ। ਕੇਤਿਕ ਧਿਆਨ ਠਾਨ ਭੇ ਮੌਨ, ਗੁਣ ਸਿਮਰਤ ਉਚਰਤ ਸੁਖ ਪਾਉਨ। ਕਈ ਸਿੱਖ ਜਿਹੜੇ ਸਨ ਉਹਨਾਂ ਨੇ ਉਸੇ ਸਮੇਂ ਗੁਰੂ ਅਰਜਨ ਦੇ ਪਾਤਸ਼ਾਹ ਦੇ ਪਾਵਨ ਚਰਨਾਂ ਸਰੂਪ ਦਾ ਧਿਆਨ ਧਾਰ ਕੇ ਭੇ ਮੌਨ ਚੁੱਪ ਹੋ ਗਏ। ਮੌਨ ਧਾਰ ਲਈ, ਚੁੱਪ ਧਾਰ ਲਈ। ਗੁਣ ਸਿਮਰਤ ਉਚਰਤ ਸੁਖ ਪਾਉਣ, ਸੁੱਖਾਂ ਦੇ ਭੌਣ, ਭੌਣ ਹੁੰਦਾ ਘਰ, ਸੁੱਖਾਂ ਦੇ ਘਰ ਗੁਰੂ ਅਰਜਨ ਦੇ ਪਾਤਸ਼ਾਹ ਦੇ ਮਹਾਨ ਗੁਣਾਂ ਨੂੰ ਸਿਮਰਦੇ ਹੋਏ ਕਈ ਸਿੱਖ ਉਚਾਰਨ ਕਰਦੇ ਨੇ ਕਿ ਗੁਰੂ ਅਰਜਨ ਦੇਵ ਜਿਹਾ ਮਹਾਂਪੁਰਖ ਪਰਉਪਕਾਰੀ ਸ਼ਾਂਤ ਸਰੂਪ, ਉਹਨਾਂ ਵਰਗਾ ਕੋਈ ਹੋਰ ਨਹੀਂ ਹੈ। ਇਸ ਤਰ੍ਹਾਂ ਗੁਰੂ ਕੇ ਸਿੱਖ ਸਾਹਿਬਾਂ ਦੀ ਮਹਿਮਾ ਵਡਿਆਈ ਕਰਦੇ ਹਨ। ਸਭ ਕੀ ਦਸ਼ਾ ਦੇਖ ਬ੍ਰਿਧ ਭਾਏ, ਬ੍ਰਹਮ ਗਿਆਨ ਕੀ ਜਿਸ ਦ੍ਰਿੜਤਾਏ। ਜਦੋਂ ਸਾਰੇ ਗੁਰੂ ਕੇ ਸਿੱਖਾਂ ਦੀ ਇਹੋ ਜੀ ਦਸ਼ਾ, ਇਹੋ ਜੀ ਅਵਸਥਾ ਬਿਬਲ ਹੋਈ ਤੱਕੀ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਵੀ ਸੰਗਤ ਵਿੱਚ ਮੌਜੂਦ ਸਨ।
ਜਿਨ੍ਹਾਂ ਦੇ ਹਿਰਦੇ ਵਿੱਚ ਭਾਈ ਸਾਹਿਬ ਕਹਿੰਦੇ ਬ੍ਰਹਮ ਗਿਆਨ ਕੀ ਜਿਸ ਦ੍ਰਿੜਤਾਈ ਹੁੰਦੀ ਪਕਿਆਈ। ਪੱਕਾ ਗਿਆਨ ਹਿਰਦੇ ਵਿੱਚ ਬ੍ਰਹਮ ਗਿਆਨ ਹੈ ਵਸਿਆ ਹੋਇਆ। ਐਸੇ ਮਹਾਂਪੁਰਖ ਬਾਬਾ ਬੁੱਢਾ ਸਾਹਿਬ ਜੀ ਨੇ ਜਦੋਂ ਸਾਰੀਆਂ ਸਿੱਖ ਸੰਗਤਾਂ ਦੀ ਇਹੋ ਜਿਹੀ ਹਾਲਤ ਤੱਕੀ, ਦੈ ਬੇਹਿਤ ਸਕਲ ਕੋ ਧੀਰਜ, ਗੁਰ ਕੋ ਜਸ ਕਹਿਬੇ ਅਰ ਬੀਰਜ। ਬਾਬਾ ਬੁੱਢਾ ਸਾਹਿਬ ਜੀ ਨੇ ਹੌਸਲਾ ਕੀਤਾ, ਧੀਰਜ ਧਾਰ ਕੇ ਸਾਰਿਆਂ ਸਿੱਖਾਂ ਨੂੰ ਧੀਰਜ ਬਣਾਉਣ ਵਾਸਤੇ, ਹੌਸਲਾ ਦੇਣ ਵਾਸਤੇ ਕਿ ਸਿੱਖੋ ਇਹ ਸਮੇਂ ਰੋਣ ਦਾ ਵਿਰਾਗ ਦਾ ਸਮਾਂ ਨਹੀਂ ਹੈ, ਬੇਧੀਰਜੇ ਤੇ ਗਮਾਂ ਦੇ ਵਿੱਚ ਡੁੱਬਣ ਦਾ ਸਮਾਂ ਨਹੀਂ, ਸਗੋਂ ਚੜ੍ਹਦੀ ਕਲਾ ਵਿੱਚ ਵਿਚਰਨ ਦਾ ਸਮਾਂ ਹੈ। ਗੁਰੂ ਸਾਹਿਬ ਜੀ ਨੇ ਜ਼ਬਰ ਦਾ ਮੁਕਾਬਲਾ ਸਬਰ ਨਾਲ ਕੀਤਾ ਹੈ, ਹੁਣ ਜ਼ਬਰ ਦਾ ਮੁਕਾਬਲਾ ਸ਼ਸਤਰ ਨਾਲ ਕਰਨਾ ਹੈ, ਜ਼ਾਲਮਾਂ ਦੇ ਸਿਰ ਵੱਢਣੇ ਹਨ। ਗੁਰ ਕੋ ਜਸ ਕਹਿਬੇ ਅਰ ਬੀਰਜ, ਗੁਰੂ ਪਾਤਸ਼ਾਹ ਦਾ ਬਾਲ, ਬੀਰਜ ਕਹਿੰਦੇ ਨੇ ਬਾਲ ਨੂੰ, ਸ਼ਕਤੀ ਜਿੰਨੀ ਸਤਿਗੁਰੂ ਵਿੱਚ ਸਮਰੱਥਾ ਹੈ ਕਿਸ ਵਿੱਚ ਹੈ। ਐਸੇ ਸਤਿਗੁਰੂ ਸਾਹਿਬ ਜੀ ਦਾ ਜਸ ਕਹਿਬੇ, ਜਸ ਕਹਿਣਾ ਚਾਹੀਦਾ, ਵਡਿਆਈ ਕਰਨੀ ਕਰੋ ਭਾਈ। ਦੋਹਰਾ ਬੋਲਿਓ ਚਹਿਤ ਪ੍ਰਬੋਧ ਵੇ, ਸ੍ਰੀ ਗੁਰੂ ਹਰਗੋਬਿੰਦ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਬੋਲਿਓ ਚਹਿਤ, ਬੋਲਣਾ ਚਾਹੁੰਦੇ ਨੇ ਪ੍ਰਬੋਧ ਵੇ, ਗਿਆਨ ਦੇਣ ਵਾਸਤੇ, ਸਮਝਾਉਣ ਦੇ ਲਈ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰੀ ਜਿੰਨੇ ਗੁਰਸਿੱਖ ਸਨ ਸਾਰੇ ਹੀ ਪਿਆਰ ਦੇ ਵੇਗ ਵਿੱਚ ਵਹਿ ਰਹੇ ਸਨ। ਦੁੱਖ ਦੀਆਂ ਗਮਾਂ ਦੀਆਂ ਲਹਿਰਾਂ ਅੰਦਰੋਂ ਉੱਠ ਰਹੀਆਂ ਸਨ। ਉਹਨਾਂ ਸਾਰਿਆਂ ਨੂੰ ਸਮਝਾਉਣ ਵਾਸਤੇ ਬ੍ਰਹਮ ਗਿਆਨੀ ਤਤ ਬੇਤੇ ਮਹਾਂਪੁਰਖ ਧੰਨ ਬਾਬਾ ਬੁੱਢਾ ਸਾਹਿਬ ਜੀ ਆਖਣ ਲੱਗੇ, ਸ਼ੋਕ ਨਿਵਾਰਨ ਸਕਲ ਕੋ ਬੈਠੇ ਦਾਸ ਜੀ ਬ੍ਰਿੰਦ। ਜਿਹੜੇ ਬ੍ਰਿੰਦ ਦਾਸ ਬਹੁਤੇ ਸੇਵਾਦਾਰ ਛੇਵੇਂ ਸਤਿਗੁਰੂ ਦੀ ਹਜ਼ੂਰੀ ਵਿੱਚ ਬੈਠੇ ਬੜਾ ਅਫਸੋਸ ਤੇ ਦੁੱਖ ਪ੍ਰਗਟ ਕਰ ਰਹੇ ਸਨ। ਉਹਨਾਂ ਸਾਰਿਆਂ ਦਾ ਸ਼ੋਕ ਨਿਵਰਤ ਕਰਨ ਵਾਸਤੇ, ਸ਼ੋਕ ਦੂਰ ਕਰਨ ਵਾਸਤੇ ਬਾਬਾ ਬੁੱਢਾ ਸਾਹਿਬ ਜੀ ਸਮਝਾਉਣ ਲੱਗੇ। ਦੋਹਰਾ ਹਰ ਗੋਬਿੰਦ ਹਰ ਬ੍ਰਿੰਦ ਸਿੱਖ, ਰੁਦਤ ਸ਼ੋਕ ਬਿਲੰਦ। ਗੁਰੂ ਹਰਗੋਬਿੰਦ ਪਾਤਸ਼ਾਹ ਦੀ ਹਾਜ਼ਰੀ ਦੇ ਅੰਦਰ ਬ੍ਰਿੰਦ ਬਹੁਤ ਸਿੱਖ ਜਿਹੜੇ ਸਰ ਰੁਦਤ ਸਾ ਸ਼ੋਕ ਬਿਲੰਦ, ਬੜਾ ਸ਼ੋਕ ਕਰਦੇ ਹੋਏ ਵਿਰਾਗ ਕਰਦੇ ਸਨ। ਦੇਖਤ ਭਾਗਤ ਬ੍ਰਿਧ ਤਬ, ਕੀਜੈ ਖੇਦ ਨਿਕੰਦ। ਉਸ ਵਕਤ ਬਾਬਾ ਬੁੱਢਾ ਸਾਹਿਬ ਜੀ ਵੇਖ ਕਰਕੇ ਕਹਿਣ ਲੱਗੇ ਸਾਰੇ ਸਿੱਖਾਂ ਨੂੰ ਕਿ ਗੁਰੂ ਕੇ ਸਿੱਖੋ ਕੀਜੇ ਖੇਦ ਨਿਕੰਦ। ਮੈਂ ਸਮਝਦਾ ਹਾਂ ਤੁਹਾਡੇ ਮਨ ਦੀ ਅਵਸਥਾ ਨੂੰ, ਹਾਲਤ ਨੂੰ, ਜੋ ਤੁਹਾਡੇ ਮਨ ਵਿੱਚ ਖੇਦ ਦੁੱਖ ਹੈ ਨਾ, ਮੈਂ ਉਹ ਮਹਿਸੂਸ ਕਰਦਾ ਹਾਂ। ਪਰ ਫਿਰ ਵੀ ਗੁਰੂ ਕੇ ਸਿੱਖ ਵਾਸਤੇ ਹੌਸਲਾ ਤੇ ਧੀਰਜ ਧਾਰਨਾ ਬੜਾ ਜ਼ਰੂਰੀ ਹੈ। ਇਸ ਦੇ ਲਈ ਸਿੱਖੋ ਕੀਜੇ ਖੇਦ ਨਿਕੰਦ, ਜਿਹੜਾ ਖੇਦ ਦੁੱਖ ਹੈ ਨਿਕੰਦ ਇਹਨੂੰ ਦੂਰ ਕਰ ਦਿਓ। ਇਸ ਦੁੱਖ ਨੂੰ, ਇਸ ਚਿੰਤਾ ਤੇ ਫਿਕਰ ਦੇ ਸਮੇਂ ਤੋਂ ਤੁਸੀਂ ਉੱਪਰ ਉੱਠਣਾ ਕਰੋ, ਸਾਰਾ ਦੁੱਖ ਤਿਆਗਣਾ ਕਰੋ। ਚਉਪਈ ਸਤਿਗੁਰ ਨਹਿ ਸੋਚਨ ਕੇ ਯੋਗ, ਸੋ ਜਸ ਬਿਥਾਰਿਓ 14 ਸ਼ਲੋਕ। ਗੁਰੂ ਕੇ ਸਿੱਖੋ ਗੁਰੂ ਅਰਜਨ ਦੇ ਪਾਤਸ਼ਾਹ ਸੋਚਣ ਦੇ ਯੋਗ ਨਹੀਂ ਹੈ ਕਿ ਉਹਨਾਂ ਬਾਰੇ ਸ਼ੋਕ ਕਰਨਾ, ਚਿੰਤਾ ਕਰਨੀ, ਦੁੱਖ ਕਰਨਾ। ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਵਾਸਤੇ ਦੁੱਖ ਨਾ ਕਰੋ, ਕਿਉਂਕਿ ਗੁਰੂ ਸਦਾ ਹੈ। ਸੋ ਜਸ ਬਿਥਾਰਿਓ 14 ਲੋਕ। ਜਿਸ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ 14 ਹੀ ਲੋਕਾਂ ਦੇ ਅੰਦਰ ਆਪਣਾ ਬੜਾ ਭਾਰੀ ਸ੍ਰੇਟ ਜਸ ਫਲਾਇਆ ਹੈ। ਘਨ ਸਮਾਨ ਤਨ ਧਰ ਬਿਦਤਾਵੈ, ਜਗ ਕਾਰਜ ਕਰ ਬਹੁਰ ਬਿਲਾਵੈ। ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਸਿੱਖੋ ਗੁਰੂ ਬੱਦਲ ਵਰਗਾ ਹੁੰਦਾ ਹੈ। ਬੱਦਲ ਆਕਾਸ਼ ਵਿੱਚ ਆਉਂਦੇ ਨੇ, ਵਰਖਾ ਕਰਕੇ ਆਕਾਸ਼ ਵਿੱਚ ਹੀ ਲਏ ਹੋ ਜਾਂਦੇ। ਗੁਰੂ ਵੀ ਬੱਦਲ ਰੂਪ ਹੋ ਕਰਕੇ ਸੰਸਾਰ ਦੇ ਜੀਵ ਜਦੋਂ ਔਗਣਾ ਵਿੱਚ ਸੁੱਕਦੇ ਨੇ, ਉਹਨਾਂ ਨੂੰ ਸ਼ੁਭ ਗੁਣਾਂ ਨਾਲ ਹਰੇ ਭਰੇ ਕਰਨ ਵਾਸਤੇ ਆਉਂਦਾ ਹੈ। ਘਨ ਸਮਾਨ ਤਨ ਧਰ ਬਿਦਤਾਵੇ, ਘਨ ਹੁੰਦੇ ਬੱਦਲ। ਗੁਰੂ ਪਾਤਸ਼ਾਹ ਬੱਦਲਾਂ ਦੀ ਤਰ੍ਹਾਂ, ਬੱਦਲਾਂ ਦੇ ਸਮਾਨ, ਬੱਦਲਾਂ ਦੇ ਵਾਂਗ ਆਪਣਾ ਸਰੂਪ ਧਾਰਨ ਕਰਕੇ ਸੰਸਾਰ ਵਿੱਚ ਆਪਣੇ ਆਪ ਨੂੰ ਬਿਦਤਾਵੇ ਪ੍ਰਗਟ ਕਰਦੇ।
ਗੁਰੂ ਪ੍ਰਗਟ ਹੁੰਦਾ ਹੈ। ਜਗ ਦੇ ਜਿੰਨੇ ਕਾਰਜ ਨੇ ਉਹਨਾਂ ਨੂੰ ਕਰਕੇ ਬਹੁਰ ਬਿਲਾਵੇ, ਫਿਰ ਆਪਣਾ ਜੋ ਆਤਮਿਕ ਸਰੂਪ ਉਸ ਵਿੱਚ ਹੀ ਲੋਪ ਹੋ ਜਾਂਦੇ ਹਨ। ਪਰਮ ਧਾਮ ਬੈਕੁੰਠ ਸਿਧਾਰੈ, ਬ੍ਰਿੰਦ ਆਨੰਦ ਬਿਲੰਦ ਬਿਹਾਰੈ। ਆਪਣੀ ਆਤਮਾ ਦੁਆਰਾ ਪਰਮ ਧਾਮ ਜੋ ਸੱਚਖੰਡ ਹੈ, ਉਸ ਸੱਚਖੰਡ ਬੈਕੁੰਠ ਧਾਮ ਵਿੱਚ ਸਿਧਾਰੇ ਚਲੇ ਜਾਂਦੇ ਨੇ। ਬ੍ਰਿੰਦ ਆਨੰਦ ਬਿਲੰਦ ਬਿਹਾਰੈ, ਬਿਲੰਤ ਜੀਵ ਜੋ ਸੰਸਾਰ ਦੇ ਵਿੱਚ ਹਨ ਉਹਨਾਂ ਨੂੰ ਸੁੱਖ ਤੇ ਆਨੰਦ ਦੇ ਕਰਕੇ ਆਪ ਵੀ ਸਦਾ ਸਤਿਗੁਰੂ ਆਨੰਦ ਦੇ ਵਿੱਚ ਹੀ ਵਿਚਰਦੇ ਰਹਿੰਦੇ ਹਨ। ਕਰ ਗਾਦੇ ਪਰ ਪੁੱਤਰ ਆਬਾਦੇ, ਭਏ ਸਰੂਪ ਅਲੀਨ ਜਿਨ ਜਿਆਦੇ। ਤੇ ਸਿੱਖੋ ਤੁਹਾਨੂੰ ਪਤਾ ਹੀ ਹੈ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਗੁਰਤਾ ਗੱਦੀ ਦੇ ਸਿੰਘਾਸਨ ਤੇ ਆਪਣੇ ਸੁਪੁੱਤਰ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਬਿਠਾ ਕੇ ਗਏ ਨੇ ਤੇ ਸਤਿਗੁਰੂ ਸਾਹਿਬ ਜੀ ਭੈ ਸਰੂਪ ਲੀਨ ਨਿਜ ਆਦਿ, ਜੋ ਆਪਣਾ ਆਦ ਸਰੂਪ ਹੈ ਉਸ ਆਦ ਸਰੂਪ ਪਰਮ ਆਤਮਾ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਲੀਨ ਹੋ ਗਏ ਹਨ। ਬ੍ਰਹਮ ਦੇ ਵਿੱਚ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਅਭੇਦ ਹੋ ਗਏ ਨੇ। ਸੋ ਐਸੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਵਾਸਤੇ ਵਿਰਾਗ ਕਰਨਾ, ਇਸ ਤਰ੍ਹਾਂ ਰੋਣਾ ਠੀਕ ਨਹੀਂ ਹੈ। ਸੋ ਜੇ ਕਾਰਜ ਕਰਬੇ ਕੋ ਆਏ, ਨੀਕੇ ਪੂਰਨ ਕਰ ਸਮੁਦਾਇ। ਜੋ ਕਾਰਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਰਨ ਵਾਸਤੇ ਸੰਸਾਰ ਤੇ ਆਏ ਸਨ, ਉਹ ਕਾਰਜ ਸਤਿਗੁਰੂ ਪਾਤਸ਼ਾਹ ਜੀ ਚੰਗੀ ਤਰ੍ਹਾਂ ਕਰਕੇ ਫਿਰ ਉਸ ਬ੍ਰਹਮ ਪਰਮੇਸ਼ਰ ਦੇ ਵਿੱਚ ਲੀਨ ਹੋ ਗਏ ਹਨ। ਪੂਰਨਤਾ ਦਿਖਾਏ ਬ੍ਰਹਮ ਗਿਆਨੀ, ਜਿਨ ਕੇ ਤਨ ਹੰਤਾ ਬ੍ਰਿਤ ਹਾਨੀ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬ੍ਰਹਮ ਗਿਆਨੀ ਦੀ ਜੋ ਸੰਪੂਰਨ ਅਵਸਥਾ ਹੈ ਉਹ ਪ੍ਰਗਟ ਕਰਕੇ ਵਿਖਾ ਦਿੱਤੀ ਹੈ। ਜਿਨ ਕੇ ਤਨ ਹੰਤਾ ਬ੍ਰਿਤ ਹਾਨੀ, ਜਿਨ੍ਹਾਂ ਦੇ ਸਰੀਰ ਵਿੱਚੋਂ, ਤਨ ਵਿੱਚੋਂ, ਮਨ ਵਿੱਚੋਂ ਜਿਹੜੀ ਤਨ ਹੰਤਾ ਹੈ, ਸਰੀਰ ਦੀ ਹੰਗਤਾ ਤੇ ਮਮਤਾ ਹੈ, ਉਹ ਬਿਰਤ ਹਾਨੀ, ਉਹ ਬਿਰਤੀ ਨਾਸ਼ ਕਰ ਦਿੱਤੀ ਹੈ। ਕਿ ਬ੍ਰਹਮ ਗਿਆਨੀ ਜਿਹੜਾ ਉਹ ਸਰੀਰ ਮੰਡਲ ਤੋਂ ਬੜਾ ਉੱਪਰ ਉੱਠ ਕਰਕੇ ਆਤਮਿਕ ਮੰਡਲ ਵਿੱਚ ਵਿਚਰਦਾ ਹੈ। ਇਸ ਵਾਸਤੇ ਬ੍ਰਹਮ ਗਿਆਨੀ ਸੰਸਾਰ ਦੇ ਦੁੱਖਾਂ ਸੁੱਖਾਂ ਤੋਂ ਨਿਰਲੇਪ ਹੁੰਦਾ ਹੈ। ਨਿਜ ਸਰੂਪ ਤੇ ਫੁਰਨੋ ਆਨ, ਉਠਨ ਨਾ ਦੀਨਸ ਇਕ ਰਸਵਾਨ। ਤੇ ਗੁਰੂ ਕੇ ਸਿੱਖੋ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੇ ਪਾਵਨ ਸਰੂਪ ਤੋਂ, ਨਿਜ ਸਰੂਪ ਤੋਂ ਤੇ ਫੁਰਨੋ ਆਨ, ਹੋਰ ਕੋਈ ਕਿਸੇ ਤਰ੍ਹਾਂ ਦਾ ਫੁਰਨਾ, ਕੋਈ ਸੰਕਲਪ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਉੱਠਣ ਨਾ ਦੀਨਸ, ਉੱਠਣ ਨਹੀਂ ਦਿੱਤਾ। ਫੁਰਨਾ ਮਨ ਚੋਂ ਪੈਦਾ ਹੀ ਨਹੀਂ ਹੋਣ ਦਿੱਤਾ ਕਿ ਸਾਨੂੰ ਦੁੱਖ ਕਿਉਂ ਆ ਰਿਹਾ, ਸਾਨੂੰ ਇਹ ਦੁੱਖ ਕੱਟ ਦੇਣਾ ਚਾਹੀਦਾ, ਨਹੀਂ। ਫੁਰਨਾ ਹੀ ਨਹੀਂ ਉੱਠਣ ਦਿੱਤਾ ਹਿਰਦੇ ਚੋਂ। ਉੱਠਣ ਨਾ ਦੀਨਸ ਇੱਕ ਰਸਵਾਨ, ਇੱਕ ਰਸਵਾਨ, ਇੱਕ ਰਸ ਵਿੱਚ ਰਹਿ ਕੇ ਬ੍ਰਹਮਾ ਰਸ, ਆਤਮਾ ਰਸ ਵਿੱਚ ਲੀਨ ਰਹਿਣ ਵਾਲੇ ਗੁਰੂ ਅਰਜਨ ਦੇਵ ਪਾਤਸ਼ਾਹ ਆਤਮਿਕ ਰਸ ਵਿੱਚ ਟਿਕੇ ਰਹੇ। ਉਹਨਾਂ ਦੇ ਮਨ 'ਚੋਂ ਕੋਈ ਸੰਕਲਪ, ਕੋਈ ਫੁਰਨਾ, ਕੋਈ ਖਿਆਲ ਉੱਠਿਆ ਹੀ ਨਹੀਂ ਕਿ ਸਾਡੇ ਸਰੀਰ 'ਤੇ ਇਹ ਦੁੱਖ, ਇਹ ਮੁਸੀਬਤ ਦਾ ਸਮਾਂ ਕਿਉਂ ਆ ਰਿਹਾ ਹੈ, ਇਹ ਸਾਡਾ ਸਰੀਰ ਨੂੰ ਬਚਾਉਣਾ ਚਾਹੀਦਾ ਨਹੀਂ। ਤਨ ਦੀ ਹੰਗਤਾ, ਮਮਤਾ, ਮੋਹ ਮਮਤਾ ਤੋਂ, ਮੈਂ ਮੇਰੀ ਤੋਂ ਗੁਰੂ ਪਾਤਸ਼ਾਹ ਦੀ ਬਿਰਤੀ ਬੜੀ ਨਿਰਲੇਪ ਹੈ, ਜਿਨ੍ਹਾਂ ਨੇ ਸਾਰਿਆਂ ਦਾ ਹੀ ਭਲਾ ਚਾਹਿਆ ਹੈ। ਐਸੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਮਹਿਮਾ ਵਡਿਆਈ ਕਰਦੇ ਹੋਏ ਧੰਨ ਬਾਬਾ ਬੁੱਢਾ ਸਾਹਿਬ ਜੀ ਮਹਾਂਪੁਰਖ ਜਿਵੇਂ ਸਿੱਖਾਂ ਨੂੰ ਧੀਰਜ ਤੇ ਹੌਸਲਾ ਦੇ ਰਹੇ ਨੇ, ਭਾਈ ਸਾਹਿਬ ਜੀ ਅੱਗੇ ਸੁਣਾ ਰਹੇ ਹਨ। ਇੱਥੋਂ ਤੱਕ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫੀ ਸਤਿਗੁਰੂ ਪਾਤਸ਼ਾਹ, ਸਤਿਗੁਰੂ ਜੀ ਦੀ ਗੁਰ ਸੰਗਤ ਬਖਸ਼ਨਹਾਰ ਜੀ ਬਖਸ਼ ਲੈਣਾ। ਅੱਗੇ ਵਾਸਤੇ ਸਮੱਤ ਬਖਸ਼ਣੀ, ਕਿਰਪਾ ਕਰਨੀ ਜੀ। ਨਿਜ ਸਰੂਪ ਤੇ ਫੁਰਨੋ ਆਨ, ਉਠਨ ਨਾ ਦੀਨਸ ਇਕ ਰਸਵਾਨ। ਗੁਰੂ
ਵਾਹਿਗੁਰੂ 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 ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ ਹੈ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਦਾਨ ਜਾ ਕੈ ਸਦਾ ਵਿਵੇਕ ਹੈ ਅਪਰੰਪਰ ਹਾਰ ਹਾਰੇ ਐ ਪੀ ਹੋਵਨ ਹਾਰ ਹੈ ਸੰਤ ਹੈ ਕੈ ਸਦਾ ਸੰਗ ਤਾਰਾਦਾਰ ਹੈ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ ਆਏ ਪ੍ਰਭ ਸਰਨ
ਸ਼ਰਨਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਾਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਜੋ ਸ਼ਰਦਾ ਕਾਰ ਸੇਵਦੇ ਗੁਰ ਪਾਰ ਉਤਾਰਨ ਹਾਰ ਜੋ ਸ਼ਰਦਾ ਕਾਰ ਸੇਵਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ